ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਖਰੀਦਣਾ ਹੈਗਾ। ਉਹਦੇ ਉੱਤੇ ਕੀ ਕਹਿੰਦੇ ਹੋ ਕਿ ਆਪਰੇਸ਼ਨ ਲੋਟਸ ਜਿਹੜਾ ਆ ਕਿੰਨਾ ਕੁ ਇਸ ਤਰੀਕੇ ਨਾਲ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ, ਲੀਡਰ ਨੇ, ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਹੈ। ਅੱਜ ਵੀ ਜੇ ਅਸੀਂ 92 MLA ਕਹਿੰਦੇ ਹਾਂ, ਉਹਨਾਂ ਦੇ ਵਿੱਚ 42-45 ਬੰਦੇ ਬਾਹਰਲੀਆਂ ਪਾਰਟੀਆਂ ਨੇ, ਕਿਉਂਕਿ ਇਹਨਾਂ ਕੋਲ ਆਪਣਾ ਤਾਂ ਕੁਝ ਹੈ ਨਹੀਂ ਸੀ। ਤੇ ਕੀ ਇਹਨਾਂ ਨੇ ਉਹ ਬੰਦੇ ਜਿਹੜੇ ਹੈਗੇ ਨੇ ਉਹ ਖਰੀਦ ਕੇ ਲੈ ਕੇ ਆਏ ਸੀ? ਫਿਰ ਇਹ ਭਗਵੰਤ ਮਾਨ ਜੀ ਦੀ ਕੀ ਓਰੀਜਨਲ ਪਾਰਟੀ ਹੈ? ਕੀ ਇਹਨਾਂ ਦੇ ਹੋਰ ਜਿਵੇਂ ਮਿਨਿਸਟਰ ਹੈਗੇ ਅਮਨ ਅਰੋੜਾ, ਉਹਨਾਂ ਦੀ ਓਰੀਜਨਲ ਪਾਰਟੀ ਹੈ? ਕੀ ਉਹਨਾਂ ਨੂੰ ਇਹ ਪੈਸੇ ਦੇ ਕੇ ਲਿਆਏ ਸੀ? ਇਹ ਜਿਹੜਾ ਆਪਰੇਸ਼ਨ ਲੋਟਸ ਹੈ ਨਾ, ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਵੀ ਕੀ ਹੈ। ਇਹ ਹੈਗਾ ਇਨ ਦੀ ਰੀਅਲ ਸੈਂਸ ਆਪਰੇਸ਼ਨ ਭਗਵੰਤ ਮਾਨ ਹਟਾਓ। ਮਨੀਸ਼ ਸਿਸੋਦੀਆ ਨੂੰ ਜਾਂਦੇ ਜਾਂਦੇ CBI ਵਾਲੇ ਕਹਿ ਕੇ ਗਏ ਨੇ ਕਿ ਹੋਰ ਕੁਝ ਨਹੀਂ ਹੈ ਸਰ, ਸਾਨੂੰ ਤੁਹਾਨੂੰ 2 ਜਾਂ 3 ਦਿਨ ਵਾਸਤੇ ਚੱਕਣਾ ਜ਼ਰੂਰ ਪਊਗਾ ਕਿਉਂਕਿ ਉੱਪਰੋਂ ਦੀ ਸਾਨੂੰ ਪ੍ਰੈਸ਼ਰ ਹੈ। ਸਿਸੋਦੀਆ ਸਾਹਿਬ ਨੂੰ ਕਿਸ ਬੰਦੇ ਨੇ ਹਟਾਇਆ ਹੈ ਕਿ ਤੁਸੀਂ ਆਪਣੇ ਜਿਹੜੇ ਤੁਹਾਡੇ ਕੋਲ ਐਵੀਡੈਂਸ ਹੈਗਾ ਤੁਸੀਂ ਉਹ ਨਾ ਦਿਓ? ਇਹ ਨੰਗਾ ਕਿਉਂ ਨਹੀਂ ਕਰਦੇ ਕਿਸੇ ਨੂੰ? ਹੁਣ ਅਸੀਂ ਇਹਨਾਂ ਨੂੰ ਨੰਗਾ ਕਰਾਂਗੇ। ਇਹ ਪੰਜਾਬ 'ਚ ਇੰਨਾ ਕੁਛ ਹੋ ਗਿਆ। ਪੁਲਿਸ ਕਿਹਦੀ ਹੈ ਜੀ? ਇੰਟੈਲੀਜੈਂਸ ਕਿਹਦੀ ਹੈ ਜੀ? ਕੇਸ ਕਿਹਨੇ ਰਜਿਸਟਰ ਕਰਨਾ ਜੀ? ਇਨਵੈਸਟੀਗੇਟ ਕਿਹਨੇ ਕਰਨਾ ਜੀ? ਕਿਉਂ ਨਹੀਂ ਕਰਦੇ? ਹੋ ਸਕਦਾ ਬਾਊ ਜੀ ਇਹੀ ਨਾ ਨਿਕਲੇ ਹੁਣ ਕੇਜਰੀਵਾਲ ਸਾਹਿਬ, ਕਿਉਂਕਿ ਇਹ ਉਹਨਾਂ ਦੀ ਬੜੀ ਵੱਡੀ ਤਮੰਨਾ ਹੈ ਕਿ ਮੈਂ ਇੱਕ ਇੰਡੀਪੈਂਡੈਂਟ ਸਟੇਟ ਦਾ ਚੀਫ ਮਿਨਿਸਟਰ ਬਣਨਾ। ਜੇ ਤੁਸੀਂ ਕੋਈ ਗੱਲ ਮਾੜੀ ਕੀਤੀ ਨਹੀਂ ਤੇ ਫਿਰ ਕਰੇ ED ਇਨਕੁਆਇਰੀ, ਕਰੇ CBI ਇਨਕੁਆਇਰੀ, ਤੁਹਾਡਾ ਤਾਂ ਕੋਈ ਇਸ਼ੂ ਨਹੀਂ। ਤੁਸੀਂ ਤਾਂ ਕਹਿੰਦੇ ਅਸੀਂ ਇੱਕ ਤਾਂ ਇਮਾਨਦਾਰ ਪਹਿਲਾਂ ਕਹਿੰਦੇ ਸੀ, ਫਿਰ ਉਹ ਕਹਿੰਦੇ ਜੀ ਅਸੀਂ ਤਾਂ ਕੱਟੜ ਇਮਾਨਦਾਰ। ਤੇ ਕੱਟੜ ਇਮਾਨਦਾਰ ਬੰਦੇ ਨੂੰ ਤਾਂ ਡਰ ਹੁੰਦਾ ਹੀ ਨਹੀਂ ਕੋਈ। ਕੀ 25-25 ਕਰੋੜ ਰੁਪਇਆ ਜੇਕਰ ਆਫਰ ਹੋਇਆ, ਕਿੱਥੋਂ ਹੋਇਆ ਆ? ਇਹ ਦੇਖੋ ਵੀ ਜਿਹੜੇ 800 ਕਰੋੜ ਤੇ 1375 ਇੱਥੇ ਇਹਨਾਂ ਨੇ ਇਕੱਠਾ ਕਰ ਲਿਆ। ਕੀ ਹਰਪਾਲ ਚੀਮਾ ਨੇ ਨੋਟ ਗਿਣ ਕੇ ਰੱਖੇ ਸੀ ਕਿ ਉਹਦੀ ਤਿਜੋਰੀ ਦੇ ਵਿੱਚ ਪਏ? ਇਹਨਾਂ ਨੂੰ ਦੇਣ ਆਸੇ ਕੀਤੇ ਸੀ ਨਾ, ਮੰਨ ਵੀ ਲਿਆ ਜਾ ਤੇ 10 ਦਿਨ ਕਿੱਥੇ ਪਏ ਨੇ? ਗਲੋਬਲ ਪੰਜਾਬ TV ਦੇਖ ਰਹੇ ਹੋ, ਮੈਂ ਹਾਂ ਅਨੂਜਾ ਸ਼ਰਮਾ। ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਨਮ ਦਿਵਸ ਜਿਹੜਾ ਆ ਉਹ ਹਰ ਪਾਸੇ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। BJP ਦੇ ਵੱਲੋਂ ਜਿਹੜਾ ਆ ਵੱਖਰੇ ਵੱਖਰੇ ਕਾਰਜਕ੍ਰਮ ਜਿਹੜੇ ਨੇ ਉਹ ਉਲੀਕੇ ਜਾ ਰਹੇ ਨੇ ਤਾਂ ਕਿ ਪ੍ਰਧਾਨ ਮੰਤਰੀ ਸਾਹਿਬ ਦਾ ਜਿਹੜਾ ਜਨਮ ਦਿਨ ਆ ਉਹਨੂੰ ਖੁਸ਼ੀਆਂ ਭਰਿਆ ਬਣਾਇਆ ਜਾ ਸਕੇ। ਇੱਕ ਪਾਸੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਤੇ ਫਿਰ ਨਾਲ ਦੇ ਨਾਲ ਸੇਵਾ ਪਖਵਾੜਾ ਜਿਹੜਾ ਆ ਉਹ ਵੀ ਲਗਾਇਆ ਜਾ ਰਿਹਾ ਆ। ਇਸ ਵਕਤ ਭਾਜਪਾ ਦੇ ਸਪੋਕਸਪਰਸਨ SS ਚੰਨੀ ਸਾਹਿਬ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਤੁਹਾਡਾ। Thank you, Anuja. It's maybe good luck for me that I'm there with you and on your channel with your viewers also. ਸਰ, ਅਸੀਂ ਗੱਲ ਕਰਦੇ ਹਾਂ, ਪ੍ਰਧਾਨ ਮੰਤਰੀ ਸਾਹਿਬ ਦਾ ਜਨਮ ਦਿਵਸ ਹੈ। ਭਾਜਪਾ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਲੋਕ ਸ਼ਿਰਕਤ ਵੀ ਕਰ ਰਹੇ ਨੇ ਤੇ ਵੱਖਰੇ ਵੱਖਰੇ ਢੰਗ ਦੇ ਨਾਲ ਜਿਹੜਾ ਆ ਉਹ ਇਹ ਦਿਨ ਮਨਾਇਆ ਜਾ ਰਿਹਾ। ਬਲੱਡ ਡੋਨੇਸ਼ਨ ਕੈਂਪ ਲਗਾਏ ਜਾ ਰਹੇ ਨੇ ਤੇ ਨਾਲ ਦੇ ਨਾਲ ਸੇਵਾ ਪਖਵਾੜਾ ਵੀ ਜਿਹੜਾ ਆ ਉਹ ਇਨੋਗਰੇਟ ਕੀਤਾ ਗਿਆ ਆ। ਹੋਰ ਕੀ ਕੀ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਜਾਂ ਇਹਨਾਂ ਦੇ ਵਿੱਚ ਕੀ ਕੀ ਚੀਜ਼ਾਂ ਨੇ? ਅਨੂਜਾ ਜੀ, ਗੱਲ ਇਹ ਹੈਗੀ ਹੈ ਕਿ ਦੇਖੋ, ਤੁਸੀਂ ਦੇਖੇ ਹੋਣੇ ਬੜੇ ਪ੍ਰਧਾਨ ਮੰਤਰੀ ਜਿਹੜੇ ਪਿਛਲੇ ਸਮੇਂ 'ਚ ਆਏ ਨੇ, ਪਰ ਕਿਸੇ ਨੇ ਵੀ ਆਪਣਾ ਜਿਹੜਾ ਜਨਮ ਦਿਨ ਹੈਗਾ ਉਹ ਇਸ ਤਰੀਕੇ ਦੇ ਨਾਲ, ਕਿਉਂਕਿ ਜਿਹੜਾ ਬਲੱਡ ਡੋਨੇਸ਼ਨ ਹੈਗਾ ਇਸ ਤੋਂ ਕੋਈ ਪਵਿੱਤਰ ਚੀਜ਼ ਹੋ ਨਹੀਂ ਸਕਦੀ। ਔਰ ਇਹਦੀ ਇੱਕ ਇਹ ਬਿਊਟੀ ਹੈ ਵੀ ਇਹ ਆਊਟਸਾਈਡ ਬਾਡੀ ਮੈਨੂਫੈਕਚਰ ਨਹੀਂ ਹੁੰਦਾ, ਇਹ ਬਣਦਾ ਹੀ ਨਹੀਂ ਹੈਗਾ। ਔਰ ਇਸ ਤੋਂ ਉੱਪਰ ਜਿਹੜੀ ਜੇ ਆਪਾਂ ਕਹੀਏ ਕੋਈ ਦਾਨ ਵਾਲੀ ਗੱਲ ਹੈ ਤਾਂ ਆਪਾਂ ਨੂੰ ਪਤਾ ਵੀ ਲਾਈਫ ਸੇਵਿੰਗ ਤਾਂ ਹੈ, ਪਰ ਜਿਹੜਾ ਤੁਸੀਂ ਇੱਕ ਤਾਂ ਤੁਸੀਂ ਕੋਈ ਪੈਸਾ ਦਿੰਦਾ, ਕੁਛ ਹੋਰ ਦਿੰਦਾ, ਪਰ ਜੇ ਕੋਈ ਬਾਡੀ ਦਾ ਪਾਰਟ ਦਿੰਦਾ ਤਾਂ ਉਹ ਇੱਕ ਰਕਤਦਾਨ ਦੇ ਨਾਲ ਹੀ ਹੁੰਦਾ। ਸੋ ਇਟਸ ਵੈਰੀ ਇੰਪੋਰਟੈਂਟ। ਦੂਸਰਾ ਇਹ ਹੈਗਾ ਕਿ ਅਸੀਂ ਵਰਲਡ ਵਾਈਡ ਵੀ ਬਹੁਤ ਇਹਦੇ ਕ੍ਰਾਈਸਿਸ ਹੈਗੇ ਨੇ। ਇਸ ਵੇਲੇ ਆਲ ਇੰਡੀਆ ਲੈਵਲ 'ਤੇ ਵੀ 40 ਲੱਖ ਯੂਨਿਟਸ ਪਰ ਐਨਮ ਜਿਹੜੀ ਹੈਗੀ ਇਹਦੀ ਡੈਫੀਸਿਟ ਹੈਗਾ, ਇਹ ਘੱਟ ਨੇ। ਔਰ ਹੁਣ ਜਿਵੇਂ ਟਰੋਮਾ ਆ ਗਿਆ, ਸਰਜਰੀਆਂ ਆ ਗਈਆਂ, ਹੋਰ ਨਵੀਆਂ ਡਿਜ਼ੀਜ਼ ਆ ਗਈਆਂ, ਜਿਵੇਂ ਕੈਂਸਰ ਹੋ ਗਿਆ, ਅਤੇ ਉਹਦੇ ਵਿੱਚ ਵੀ ਜਿਹੜਾ ਸਾਡੇ ਬਲੱਡ ਦੀ ਲਾਗਤ ਜਿਹੜੀ ਹੈਗੀ ਹੈ ਉਹ ਬਹੁਤ ਜ਼ਿਆਦਾ ਹੈ। ਫਿਰ ਇੱਕ ਰਿਪਲੇਸਮੈਂਟ ਟਰਾਂਸਫਿਊਜ਼ਨ ਵੀ ਹੁੰਦੀ ਹੈ, ਜਿਹਦੇ ਵਿੱਚ ਜਿਹੜੀ ਆਪਾਂ ਕਹਿੰਦੇ ਵੀ ਤੁਸੀਂ ਜਿੱਥੋਂ ਮਰਜ਼ੀ ਲੈ ਕੇ ਆਓ, ਉਹ ਫਿਰ ਬਲੱਡ ਜਿਹੜਾ ਹੈਗਾ ਲੋਕਾਂ ਨੂੰ ਮੁੱਲ ਲੈਣਾ ਪੈਂਦਾ। ਤੋ ਸਾਨੂੰ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਰਿਪਲੇਸਮੈਂਟ ਡੋਨਰਸ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆ ਬੰਦ ਹੋਣ। ਔਰ ਫਿਰ ਦੂਸਰੀ ਇੱਕ ਹੋਰ ਬਿਊਟੀ ਹੈਗੀ ਇਹਦੀ ਕਿ ਜਿਹੜੇ ਜਿਵੇਂ ਆਪਾਂ ਫਰੋਜ਼ਨ ਪਲਾਜ਼ਮਾ ਵਗੈਰਾ ਹੈਗਾ, ਉਹਦੀ ਜਿਹੜੀ ਲਾਈਫ ਇਟਸ ਓਨਲੀ ਫॉर 6 ਆਵਰਸ, ਵੇਅਰ ਐਜ਼ ਜਿਹੜੀ ਸ਼ੈਲਫ ਲਾਈਫ ਹੈ ਇਹਦੀ ਉਹ ਹੈਗੀ 35 ਡੇਜ਼।
ਔਰ ਜੇ ਅਸੀਂ ਇਹਨੂੰ ਮਤਲਬ ਪ੍ਰੋਪਰ ਤਰੀਕੇ ਨਾਲ ਰੱਖੀਏ ਤਾਂ ਇਹਦੀ ਸ਼ੈਲਫ ਲਾਈਫ ਜਿਹੜੀ ਹੈਗੀ 1 ਸਾਲ ਤੱਕ ਵੀ ਚਲੀ ਜਾਂਦੀ। ਸੋ ਇਹ ਇੱਕ ਬਹੁਤ ਵੱਡੀ ਮੁਹਿੰਮ ਦੀ ਲੋੜ ਹੈ ਜਿਹੜੀ ਕਿ ਪ੍ਰਧਾਨ ਮੰਤਰੀ ਜੀ ਔਰ ਭਾਰਤੀ ਜਨਤਾ ਪਾਰਟੀ ਸਾਰੇ ਰਲ ਕੇ ਨੇਸ਼ਨ ਵਾਈਡ ਹੁਣ ਸਾਡਾ ਇਹ ਇੱਕ ਟਾਰਗੇਟ ਹੈਗਾ ਕਿ ਜਿੰਨੀ ਵੀ ਕਪੈਸਿਟੀ ਹੈਗੀ ਹੈ ਬਲੱਡ ਬੈਂਕਸ ਦੀ ਆਲ ਓਵਰ ਦੀ ਕੰਟਰੀ ਐਂਡ ਸਪੈਸ਼ਲੀ ਇਨ ਪੰਜਾਬ ਉਹ ਅਸੀਂ ਪੂਰੀ ਕਰ ਦੇਣੀ ਹੈ ਤਾਂ ਕਿ ਕਿਸੇ ਜਗ੍ਹਾ 'ਤੇ ਮਤਲਬ ਜਿੰਨੀ ਵੀ ਸਾਡੀ ਕਪੈਸਿਟੀ ਹੈਗੀ ਉਹਦੇ ਮੁਤਾਬਕ ਜਿਹੜਾ ਹੈਗਾ ਸਾਡਾ ਹੋਵੇ। ਔਰ ਅਸੀਂ ਇੱਕ ਨੈਸ਼ਨਲ ਜਿਹੜੀ ਡਰਾਈਵ ਹੈਗੀ ਹੈ ਟਰਾਂਸਫਿਊਜ਼ਨ ਦੀ ਉਹ ਵੀ ਅਸੀਂ ਕਰ ਰਹੇ ਹਾਂ। ਇੱਕ ਨੈਸ਼ਨਲ ਲੈਵਲ 'ਤੇ ਡੇਟਾ ਵੀ ਸਾਡੇ ਕੋਲ ਜਿਹੜਾ ਅਵੇਲੇਬਲ ਹੋਵੇ ਔਰ ਇੱਕ ਇਹ ਇਟ ਹੈਜ਼ ਟੂ ਬੀ ਕੰਟੀਨਿਊਸ ਪ੍ਰੋਸੈਸ ਮਤਲਬ ਡੋਨਰ ਸੇ ਸਾਰੇ ਐਜ਼ ਏ ਹੈਬਿਟ ਐਜ਼ ਏ ਕਲਚਰ ਹੋਣੇ ਚਾਹੀਦੇ ਨੇ ਔਰ ਰਿਪਲੇਸਮੈਂਟ ਵੀ ਉਹਨਾਂ ਦੀ ਹੋਣੀ ਚਾਹੀਦੀ ਹੈ ਤਾਂ ਕਿ ਕਿਸੇ ਨੂੰ ਪੇ ਨਾ ਕਰਨਾ ਪਵੇ ਔਰ ਉਹਦੇ ਨਾਲ ਨਾਲ ਇੱਕ ਕਲਚਰ ਤੇ ਸਾਡੀ ਹੈਬਿਟ ਬਣ ਜੇ ਕਿਉਂਕਿ ਵੀ ਆਰ ਲੱਕੀ ਟੂ ਹੈਵ ਯੰਗੈਸਟ ਜਿਹੜੀ ਸਾਡੇ ਪਾਪੂਲੇਸ਼ਨ ਹੈਗੀ ਹੈ ਕਾਫੀ ਉਹਦਾ ਪਾਰਟ ਜਿਹੜਾ ਹੈਗਾ ਸਾਡੀ ਪਾਪੂਲੇਸ਼ਨ ਦਾ ਯੰਗ ਪੀਪਲ ਨੇ ਦੇ ਕੈਨ ਡੋਨੇਟ ਸਿਰਫ ਹੈਜ਼ੀਟੇਸ਼ਨ। ਕੈਂਪ ਤੁਸੀਂ ਲਗਾ ਰਹੇ ਹੋ ਕਿੰਨੇ ਦਿਨ ਜਿਹੜਾ ਹੈ ਇਹ ਚੱਲੇਗਾ ਤੇ ਇੱਕ ਦਿਨ ਦੇ ਵਿੱਚ ਕਿੰਨੇ ਲੋਕ ਜਿਹੜੇ ਨੇ ਆਪਣਾ ਬਲੱਡ ਜਿਹੜਾ ਡੋਨੇਟ ਕਰ ਸਕਦੇ ਨੇ? ਦੇਖੋ ਇਹ ਅਸੀਂ ਨਾ ਜਿਹੜਾ ਤੁਸੀਂ ਪੰਦਰਵਾੜੇ ਦੀ ਗੱਲ ਕੀਤੀ ਉਹਦੇ 'ਚ ਡਿਫਰੈਂਟ ਐਕਟੀਵਿਟੀਜ਼ ਹੈਗੀਆਂ ਨੇ। ਪੰਦਰਵਾੜਾ ਜਿਹੜਾ ਹੈਗਾ ਫੋਰਟਨਾਈਟ ਹੈਗੀ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਹੈ ਔਰ ਉਹਦੇ ਵਿੱਚ ਸਮਰਪਣ ਵੀ ਹੈਗਾ ਦੀਨ ਦਿਆਲ ਉਪਾਧਿਆ ਜੀ ਦਾ ਵੀ ਹੈਗਾ ਜਿਹੜਾ ਪਾਰਟੀ ਲੈਵਲ 'ਤੇ ਹੈਗਾ ਬੁੱਧੀਜੀਵੀਆਂ ਨਾਲ ਵੀ ਹੈਗਾ। ਈਚ ਐਂਡ ਐਵਰੀ ਡੇ ਹੈਜ਼ ਬਿਨ ਡੈਡੀਕੇਟਡ ਟੂ ਵਨ ਥਿੰਗ ਔਰ ਦੀ ਅਦਰ ਐਂਡ ਇਹ ਕਲਮੀਨੇਟ ਹੁੰਦਾ ਔਨ 2 ਅਕਤੂਬਰ ਮਹਾਤਮਾ ਗਾਂਧੀ ਜੀ ਦੀ ਜਯੰਤੀ ਦੇ ਨਾਲ। ਸੋ ਇੱਕ ਨਵਾਂ ਕਲਚਰ ਇੱਕ ਨਵੀਂ ਜਿਹੜੀ ਆਪਾਂ ਇਨਫਿਊਜ਼ ਕਰਾਂਗੇ ਸਪਿਰਿਟ ਫਾਰ ਡੈਡੀਕੇਸ਼ਨ। ਹੁਣ ਸਮਰਪਣ ਹੈਗਾ ਅਸੀਂ ਇਹਨੂੰ ਅਸੀਂ ਮਤਲਬ ਪਤਾ ਕੀ ਹੈ ਹਰ ਬੰਦਾ ਕਹਿੰਦਾ ਵੀ ਮੈਨੂੰ ਸੁਸਾਇਟੀ ਨੇ ਕੀ ਦਿੱਤਾ ਮੈਨੂੰ ਸਰਕਾਰ ਨੇ ਕੀ ਦਿੱਤਾ। ਅਸੀਂ ਇਹਦੇ 'ਚ ਇਹ ਕਰ ਰਹੇ ਹੈਗੇ ਕਿ ਅਸੀਂ ਆਪਣੇ ਨੇਸ਼ਨ ਨੂੰ ਕੀ ਦੇ ਰਹੇ ਹਾਂ ਮਤਲਬ ਅਸੀਂ ਸੁਸਾਇਟੀ ਨੂੰ ਕੀ ਦੇ ਰਹੇ ਹਾਂ ਜਿਨ੍ਹਾਂ ਨੇ ਸਾਨੂੰ ਇੰਨਾ ਇੱਜ਼ਤ ਮਾਣ ਦਿੱਤਾ ਹਰ ਚੀਜ਼ ਦਿੱਤੀ ਹੈਗੀ ਅਤੇ ਮਤਲਬ ਅਸੀਂ ਕੀ ਪੇ ਬੈਕ ਕਰ ਰਹੇ ਔਰ ਪੇ ਬੈਕ ਵੀ ਇਹ ਹੈ ਜਿਵੇਂ ਸਾਡੇ ਗੁਰਬਾਣੀ ਦੇ ਵਿੱਚ ਜਾਂ ਅਦਰਵਾਈਜ਼ ਕਿ ਅਸੀਂ ਕਹਿੰਦੇ ਦਸਵੰਧ ਦੇਣਾ ਚਾਹੀਦਾ। ਸੋ ਕੀ ਅਸੀਂ ਉਹ ਦਸਵੰਧ ਦੇ ਰਹੇ ਹਾਂ ਜਾਂ ਜਿਨ੍ਹਾਂ ਸਾਡੇ ਜਿਹੜੇ ਧਾਰਮਿਕ ਗ੍ਰੰਥ ਸਾਨੂੰ ਕਹਿੰਦੇ ਹੈਗੇ ਨੇ। ਸੋ ਇੱਕ ਜਿੰਨੀ ਦੇਰ ਅਸੀਂ ਖੁਦ ਮਿਸਾਲ ਨਹੀਂ ਬਣਾਂਗੇ ਜਾਂ ਇੱਕ ਐਡੀ ਵੱਡੀ ਪਾਰਟੀ ਜਿਹੜੀ ਦੁਨੀਆ ਦੀ ਲਾਰਜੈਸਟ ਡੈਮੋਕ੍ਰੇਟਿਕ ਪਾਰਟੀ ਹੈਗੀ ਉਹ ਜੇ ਉਹ ਇੱਕ ਅੱਛੀ ਜਿਹੜੀ ਹੈਗੀ ਹੈ ਐਗਜ਼ਾਮਪਲ ਸੈਟਅਪ ਕਰੇਗੀ ਅਤੇ ਉਹਦੇ ਨਾਲ ਫਿਰ ਲੋਕ ਫਾਲੋ ਕਰਨ ਲੱਗ ਜਾਂਦੇ ਨੇ। ਸਰ ਤੁਸੀਂ ਬਹੁਤ ਸਹੀ ਗੱਲ ਕਹੀ ਕਿ ਰਕਤਦਾਨ ਜਿਹੜਾ ਉਹ ਮਹਾਦਾਨ ਹੈਗਾ ਔਰ ਸਭ ਤੋਂ ਪਿਓਰ ਫਾਰਮ ਹੈ ਅਗਰ ਕਿਸੇ ਨੇ ਕੁਝ ਡੋਨੇਟ ਕਰਨਾ ਹੈ ਜਾਂ ਆਪਣੇ ਨੇਸ਼ਨ ਵਾਸਤੇ ਕੁਝ ਕਰਨਾ ਹੈ। ਲੇਕਿਨ ਇੱਕ ਪਾਸੇ ਭਾਜਪਾ ਅਜਿਹੀਆਂ ਚੀਜ਼ਾਂ ਕਰ ਰਹੀ ਹੈ ਇਸ ਦਿਹਾੜੇ ਨੂੰ ਮਨਾਉਣ ਵਾਸਤੇ ਅਤੇ ਦੂਜੇ ਪਾਸੇ ਜਿਹੜੇ ਕਾਂਗਰਸੀ ਨੇ ਉਹਨਾਂ ਨੇ ਵੀ ਅੱਜ ਇੱਕ ਪ੍ਰੋਟੈਸਟ ਲਿਖਿਆ ਹੈ ਜਿਸ ਵਿੱਚ ਉਹ ਬੇਰੁਜ਼ਗਾਰੀ ਦਿਵਸ ਮਨਾਉਣਗੇ ਕਿ ਜਿਹੜਾ ਭਾਰਤ ਹੈ ਉਹਦੇ ਵਿੱਚ ਬੇਰੁਜ਼ਗਾਰੀ ਬਹੁਤ ਵੱਧ ਗਈ ਹੈ। ਉਹਨਾਂ ਉੱਤੇ ਕੀ ਕਹਿੰਦੇ ਹੋ ਤੁਸੀਂ? ਦੇਖੋ ਗੱਲ ਇਹ ਹੈਗੀ ਹੈ ਕਿ ਪਹਿਲਾਂ ਤਾਂ ਕਾਂਗਰਸ ਵਾਲੇ ਇਹ ਦੱਸਦੇ ਨੇ ਵੀ ਇਹਨਾਂ ਨੇ ਕਿੰਨਾ ਰੁਜ਼ਗਾਰ ਜਿਹੜਾ ਸੀਗਾ ਉਹ ਇਹਨਾਂ ਨੇ ਦਿੱਤਾ ਲੋਕਾਂ ਨੂੰ ਔਰ ਪਿੱਛੇ ਵੀ ਕਾਂਗਰਸ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਕਿੰਨਾ ਦਿੱਤਾ ਘਰ ਘਰ ਰੁਜ਼ਗਾਰ ਦਾ ਵੀ ਵਾਅਦਾ ਸੀਗਾ। ਬਾਕੀ ਵਾਅਦੇ ਤਾਂ ਬਹੁਤ ਸੀ ਆਪਾਂ ਫਿਰ ਦੂਸਰੇ ਪਾਸੇ ਇਹ ਚਲੇ ਜਾਵਾਂਗੇ। ਮਤਲਬ ਦੇ ਹੈਵ ਸਿੰਪਲੀ ਪਲੇਡ ਵਿਦ ਦੀ ਸੈਂਟੀਮੈਂਟਸ ਆਫ ਦਾ ਪੀਪਲ ਵੀ ਫੂਲਡ ਦੈਮ ਐਂਡ ਗੌਟ ਦੀ ਵੋਟਸ ਐਂਡ ਰੂਲਡ ਔਰ ਉਦੋਂ ਬਾਅਦ ਜੋ ਆਪਾਂ ਦੇਖੀਏ ਲੁੱਟ ਖਸੁੱਟ ਹੋਈ ਹੈ ਮਤਲਬ ਪਿਛਲੇ 5 ਸਾਲਾਂ ਦੇ ਵਿੱਚ ਜਾਂ ਕਿਤੇ ਵੇਅਰ ਐਵਰ ਐਲਸ ਉਹ ਮਤਲਬ ਇਹਨਾਂ ਨੇ ਇੱਕ ਤਰੀਕਾ ਅਪਣਾਇਆ ਉਹਦਾ ਕੌਜ਼ ਨੂੰ ਨਹੀਂ ਅਪਣਾਇਆ। ਅਤੇ ਹੁਣ ਜਿਹੜੀ ਬੀਜੇਪੀ ਹੈਗੀ ਹੈ ਅਸੀਂ ਇੱਕ ਆਤਮ ਨਿਰਭਰ ਭਾਰਤ ਦੀ ਗੱਲ ਕਰਦੇ ਹਾਂ ਔਰ ਉਹਦੇ ਵਿੱਚ ਤੁਸੀਂ ਦੇਖੋ ਹੁਣ ਪਿਛਲੇ 2.5 ਸਾਲਾਂ ਤੋਂ ਮੁਫਤ ਅਨਾਜ ਦਿੱਤਾ ਜਾ ਰਿਹਾ ਲੋਕਾਂ ਨੂੰ ਜਿਹੜੀਆਂ ਕਿਸਾਨ ਸਨਮਾਨ ਨਿਧੀ ਦਿੱਤੀ ਜਾ ਰਹੀ ਹੈ। ਫਿਰ ਜਿਹੜੀਆਂ ਸਾਡੀਆਂ ਲੇਡੀਜ਼ ਨੇ ਜ਼ੀਰੋ ਬੈਲੈਂਸ ਦੇ ਨਾਲ ਉਹਨਾਂ ਦੇ ਖਾਤੇ ਖੁਲਾਏ ਜਾ ਰਹੇ ਨੇ ਔਰ ਕਿਸੇ ਵੇਲੇ ਰਾਜੀਵ ਗਾਂधी ਨੇ ਕਿਹਾ ਸੀ कि अगर मैं 1 रुपया भेजता हूँ 100 पैसा तो 85 पैसे रास्ते में रुक जाते हैं और 15 पैसे पहुँचते हैं टू दी बेनिफिशरी। अभी हमने इतना एक IT का इतना बड़ा रेवोल्यूशन मतलब शुरू कर दिया आधार कार्ड लिंक करके सभी जगह बैंक अकाउंट्स की मतलब नॉट इवन ए सिंगल पैनी इज़ वेस्टेड ऑन द वे। और मतलब हम ये कर रहे हैं कि जितना आप ह्यूमन एलिमेंट निकालोगे विद दी फ्रॉम द पब्लिक डीलिंग उतनी ट्रांसपेरेंसी आएगी उतनी रिश्वत कम होगी और मतलब जितनी हमने जो मुद्रा योजना उसके अधीन कितना रोज़गार दिया कितने MSME सेक्टर को इफ़ यू हैव ए लुक एट द बजट इट स्पीक्स वॉल्यूम्स कि और लकीली वी आर ग्रोइंग
एट द हाईएस्ट पॉसिबल जो जीडीपी है हमारा 22-23 के लिए भी जो अभी कल की न्यूज़ है कि 7.5% पर ये इंडिया की ग्रोथ होगी. सो हमारी जो ट्रैजेक्टरी है इट्स टोटली डिफरेंट दैन द रेस्ट ऑफ द वर्ल्ड. एंड प्रधानमंत्री जी हैज़ बिकम द वर्ल्ड लीडर. ही वॉज एडवाइजिंग रशियन प्रेजिडेंट कि ये this is not the time to war, it's the time to for peace, development and human values. ਆਪਾਂ ਰੋਜ਼ਗਾਰ ਦੀ ਗੱਲ ਕਰ ਰਹੇ ਸੀਗੇ, ਲੇਕਿਨ ਫਿਰ ਵੀ ਕਿਤੇ ਨਾ ਕਿਤੇ ਅਗਰ ਆਪਾਂ ਦੇਖਦੇ ਹਾਂ, ਐਨਾਲਾਈਜ਼ ਕਰਦੇ ਹਾਂ, ਭਾਰਤ ਦੇ ਵਿੱਚ ਰੋਜ਼ਗਾਰ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਭਾਜਪਾ ਸਰਕਾਰ ਦੇ ਆਉਣ ਨਾਲ ਵਧਿਆ ਆ? ਕਿਉਂਕਿ ਭਾਜਪਾ ਸਰਕਾਰ ਦੇ ਕਾਰਜਕਾਲ ਨੂੰ ਲੰਮਾ ਸਮਾਂ ਹੋ ਗਿਆ. ਹੁਣ ਜੇਕਰ ਅਸੀਂ ਕਹੀਏ, ਤੁਸੀਂ ਵੀ ਕਿਹਾ ਕਿ ਇੱਕ ਕੌਜ਼ ਸਮਝ ਨਹੀਂ ਆ ਰਿਹਾ ਲੋਕਾਂ ਨੂੰ ਕਿ ਇਹਦਾ ਬੇਰੁਜ਼ਗਾਰੀ ਦਾ ਕੌਜ਼ ਕੀ ਹੈਗਾ, ਕੀ ਇਹਦਾ ਕੋਈ ਜਿਹੜਾ ਆ ਇੱਕ ਕਨਕਲੂਜਨ ਨਿਕਲ ਕੇ ਆਇਆ ਕਿ ਕਿਸ ਤਰੀਕੇ ਨਾਲ ਭਾਰਤ ਦੇ ਵਿੱਚ ਅਸੀਂ ਜਿਹੜਾ ਆ ਉਹ ਰੋਜ਼ਗਾਰ ਵਧਾ ਸਕਦੇ ਹਾਂ? ਕਿਉਂਕਿ ਮਾਨ ਸਰਕਾਰ ਇਸ ਵਕਤ ਜਰਮਨੀ ਗਈ ਤੇ ਉਹਨਾਂ ਨੇ ਜਾ ਕੇ ਕਿਹਾ ਕਿ ਰੋਜ਼ਗਾਰ ਦੇ ਵਾਸਤੇ ਨਵੀਆਂ ਕੰਪਨੀਆਂ ਲੈ ਕੇ ਆਵਾਂਗੇ, ਵੱਡੇ ਵੱਡੇ ਹੋਰ ਵਾਅਦੇ ਵੀ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਕੀਤੇ ਗਏ ਨੇ. ਦੇਖੋ ਗੱਲ ਹੈਗੀ, ਜਿਸ ਤਰ੍ਹਾਂ ਮੈਂ ਕਹਿ ਰਿਹਾ ਸੀਗਾ ਕਿ ਅਸੀਂ ਲਾਈਕ ਵੋਕਲ ਫਾਰ ਲੋਕਲ, ਔਰ ਉਹਦੇ ਵਿੱਚ ਐਡਾ ਵੱਡਾ ਹੁੰਗਾਰਾ ਸਾਰੇ ਦੇਸ਼ ਦੇ ਵਿੱਚ ਮਿਲਿਆ ਹੈ ਕਿ ਜੋ ਅਸੀਂ ਬਣਾਉਂਦੇ ਹਾਂ ਉਹਨੂੰ ਹੀ ਅਸੀਂ ਮਤਲਬ ਵੀ ਆਰ ट्राइंग टू कन्विंस पीपल कि आप ब्रांडेड चीज़ें ना लो, बाहर की चीज़ें ना लो, तो लेट्स बाय दी लोकल, वोकल फॉर लोकल. सो उसके साथ वन प्रोडक्ट वन डिस्ट्रिक्ट, वो स्कीम भी है हमारी. सो उसके तहत बिकॉज वी आर दी बिगेस्ट कंज्यूमर ऑफ दी वर्ल्ड, तो अगर हमारे पास डिमांड है तो सप्लाई अगर हम करें और उसका लोकल मतलब लोकल प्रोडक्शन हो, लोकल उसका यूज़ हो, तो उसके साथ मतलब वी कैन रियली डू वेल. और लाइक डिफेंस प्रोडक्शन है, नो वट एवर वी आर इम्पोर्टिंग एज टेक्नोलॉजी, दोज प्लांट्स आर बीइंग सेटअप इन द कंट्री, और यहीं से वो एक्सपोर्ट उनकी उसी चीज़ की एक्सपोर्ट होगी. सो चाहे डिफेंस हो, चाहे कोई और सेक्टर हो, और मे बी फॉर दैट मैटर द बेस्ट थिंग टू स्पीक अबाउट इज़ द GST. ਹੁਣ GST ਮਤਲਬ ਇਟਸ ਬ੍ਰੇਕਿੰਗ ਰੈਕਡਸ ਐਵਰੀ ਮੰਥ. मतलब इन द बिगनिंग वी थॉट अगर 1 लाख करोड़ रुपया हो जाएगा पर मंथ तो इट विल बी इनफ, बट नाउ 1.5 करोड़, 1.25 करोड़ मतलब इस रेंज में जो हमारा GST कलेक्शन है वो हो रही है. तो दैट मीन्स के बिजनेस इस हैज बिकॉज वी गॉन थ्रू द कोविड, उसके साथ सारा टोटल सिस्टम बंद हो गया. नाउ देयर इज़ ए मतलब ग्रेट रिवाइवल है. और इवन इफ़ यू हैव लुक एट फिगर्स, कोई 18% पर ग्रो कर रहा है कोई सेक्टर, कोई कितने. सो नाउ पीपल आर गेटिंग बैक टू द जॉब्स, people are getting back to the business, people are getting back to their incomes, and everything is going to be very shortly, smoothly normal. ਦੂਜੇ ਪਾਸੇ ਇੱਕ ਭਾਜਪਾ ਦੇ ਉੱਤੇ ਲਗਾਤਾਰ ਹੁਣ ਕੁਝ ਦਿਨਾਂ ਤੋਂ ਇਲਜ਼ਾਮ ਲੱਗਦਾ ਆ ਰਿਹਾ ਆ ਆਪਰੇਸ਼ਨ ਲੋਟਸ, ਕਿ ਲਗਾਤਾਰ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰਸ ਨੇ, MLAs ਨੇ, ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਜਪਾ ਦੇ ਵੱਲੋਂ. 25-25 ਕਰੋੜ ਰੁਪਏ ਜਿਹੜੇ ਨੇ ਉਹਨਾਂ ਨੂੰ ਆਫਰ ਕੀਤੇ ਜਾ ਰਹੇ ਨੇ. ਅਤੇ ਨਾਲ ਦੇ ਨਾਲ ਜਿਹੜੇ ਸਾਡੇ ਫਾਈਨਾਂਸ ਮਿਨਿਸਟਰ ਸਾਹਿਬ ਨੇ ਹਰਪਾਲ ਚੀਮਾ ਸਾਹਿਬ ਨੇ ਇੱਕ ਕੋਟ ਵੀ ਕੀਤਾ, ਕਹਿੰਦੇ 2500 ਕਰੋੜ ਰੁਪਇਆ ਜਿਹੜਾ ਆ ਭਾਜਪਾ ਦੇ ਵੱਲੋਂ ਰੱਖਿਆ ਗਿਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਖਰੀਦਣਾ ਹੈਗਾ. ਉਹਦੇ ਉੱਤੇ ਕੀ ਕਹਿੰਦੇ ਹੋ ਕਿ ਆਪਰੇਸ਼ਨ ਲੋਟਸ ਜਿਹੜਾ ਆ ਕਿੰਨਾ ਕੁ ਇਸ ਤਰੀਕੇ ਨਾਲ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ, ਲੀਡਰ ਨੇ, ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਹੈ? ਅਜਿਹਾ ਗੱਲ ਇਹ ਹੈਗੀ ਹੈ ਕਿ ਇੱਦੋਂ ਸ਼ੇਖ ਸ਼ਲੀਗ ਵਾਲੀ ਗੱਲ ਕਹਿ ਲਈਏ ਜਾਂ ਇੱਦੋਂ ਹਾਸੋਹੀਣੀ ਗੱਲ ਕਹਿ ਲਈਏ, ਇਹ ਇਸ ਤੋਂ ਉੱਪਰ ਕੋਈ ਨਹੀਂ ਬੰਦਾ ਕਰ ਸਕਦਾ. ਆਈ ਗਿਵ ਯੂ ਦੀ ਡਿਟੇਲਸ. 2015 ਦੇ ਵਿੱਚ ਵੀ ਇਹਨਾਂ ਨੇ ਦਿੱਲੀ ਇਹ ਰੌਲਾ ਪਾਇਆ ਸੀ ਕਿ ਜੀ ਸਾਡੀ ਇੱਦਾਂ ਦੀ ਹੋ ਰਹੀ ਹੈ. ਅੱਛਾ, ਇਹ ਪਾਰਟੀ ਕਿਤੋਂ? ਇਹ ਪਾਰਟੀ ਤਾਂ ਬਹੁਤ ਛੋਟੀ ਹੈ, ਨਵੀਂ ਹੈ. ਇਹਨਾਂ ਨੇ ਜਿਹੜੇ ਬੰਦੇ ਲਿਆਂਦੇ ਸੀ ਆਪਣੀ ਪਾਰਟੀ ਦੇ ਵਿੱਚ, ਜਾਂ ਫਾਰ ਦੈਟ ਮੈਟਰ ਅੱਜ ਵੀ ਜੇ ਅਸੀਂ 92 MLA ਕਹਿੰਦੇ ਹਾਂ, ਉਹਨਾਂ ਦੇ ਵਿੱਚ 42-45 ਬੰਦੇ ਬਾਹਰਲੀਆਂ ਪਾਰਟੀਆਂ ਦੇ ਨੇ, ਕਿਉਂਕਿ ਇਹਨਾਂ ਕੋਲ ਆਪਣਾ ਤਾਂ ਕੁਝ ਹੈ ਨਹੀਂ ਸੀ. ਅਤੇ ਕੀ ਇਹਨਾਂ ਨੇ ਉਹ ਬੰਦੇ ਜਿਹੜੇ ਹੈਗੇ ਨੇ ਉਹ ਖਰੀਦ ਕੇ ਲੈ ਕੇ ਆਏ ਸੀ? ਫਿਰ ਇਹ ਭਗਵੰਤ ਮਾਨ ਜੀ ਦੀ ਕੀ ਓਰੀਜਨਲ ਪਾਰਟੀ ਹੈ? ਕੀ ਇਹਨਾਂ ਦੇ ਹੋਰ ਜਿਵੇਂ ਮਿਨਿਸਟਰ ਹੈਗੇ ਅਮਨ ਅਰੋੜਾ, ਉਹਨਾਂ ਦੀ ਓਰੀਜਨਲ ਪਾਰਟੀ ਹੈ? ਕੀ ਉਹਨਾਂ ਨੂੰ ਇਹ ਪੈਸੇ ਦੇ ਕੇ ਲਿਆਏ ਸੀ? ਅਸੀਂ ਇੱਕ ਐਡੀ ਵੱਡੀ ਪਾਰਟੀ ਹੈ, ਇੰਨੀ ਜ਼ਿੰਮੇਵਾਰ ਪਾਰਟੀ ਹੈ, ਸਾਡੀ ਨੈਸ਼ਨਲ ਲੈਵਲ 'ਤੇ ਸਾਡੀ ਗਵਰਨਮੈਂਟ ਹੈਗੀ ਹੈ, 355 ਸਾਡੇ ਮੈਂਬਰ ਪਾਰਲੀਮੈਂਟ ਨੇ. ਕੈਨ ਯੂ ਥਿੰਕ ਆਫ ਇਟ ਵੀ ਕੈਨ ਇੰਡਲਜ ਇਨ ਆਲ ਦਿਸ? ਇਹ ਜਿਹੜਾ ਆਪਰੇਸ਼ਨ ਲੋਟਸ ਹੈ ਨਾ, ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਵੀ ਕੀ ਹੈ. ਇਹ ਹੈਗਾ ਇਨ ਦੀ ਰੀਅਲ ਸੈਂਸ ਆਪਰੇਸ਼ਨ ਭਗਵੰਤ ਮਾਨ ਹਟਾਓ. ਇਹ ਆਪਰੇਸ਼ਨ ਲੋਟਸ ਨਹੀਂ ਹੈ,
ਇਹ ਪਤਾ ਨਹੀਂ ਕਿੱਥੋਂ ਇਹਨਾਂ ਨੇ ਨਾਂ ਕੱਢਿਆ। ਸਾਡਾ ਤਾਂ ਕੋਈ ਆਪਰੇਸ਼ਨ ਇਹੋ ਜਿਹਾ ਅਸੀਂ ਤਾਂ ਕੋਈ ਕੀਤਾ ਨਹੀਂ ਹੈਗਾ, ਨਾ ਹੀ। ਫਿਰ ਤੁਸੀਂ ਇਹਨਾਂ ਦੀ ਸਟ੍ਰੈਟਜੀ ਸਮਝ ਪਾ ਰਹੇ ਹੋ, ਕਿਉਂਕਿ ਤੁਸੀਂ ਕਿਹਾ ਕਿ ਇਹ ਭਗਵੰਤ ਮਾਨ ਹਟਾਓ ਜਿਹੜਾ ਆਪਰੇਸ਼ਨ ਹੈਗਾ ਆ, ਕੀ ਲਿੰਕ ਕਿਸ ਤਰੀਕੇ ਨਾਲ ਕਰਨਾ ਚਾਹੁੰਦੇ ਨੇ ਕਿ ਆਪਰੇਸ਼ਨ ਲੋਟਸ ਨੂੰ ਲੈ ਕੇ ਆ ਕੇ ਕਿਸ ਤਰੀਕੇ ਨਾਲ ਭਗਵੰਤ ਮਾਨ ਨੂੰ ਹਟਾਇਆ ਜਾ ਸਕਦਾ? ਕੀ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸਟ੍ਰੈਟਜੀ ਹੋ ਸਕਦੀ ਹੈ? ਤੁਸੀਂ ਦੇਖੋ, ਉਹ ਸ਼ਰੀਫ ਆਦਮੀ ਤਾਂ ਬਾਹਰ ਚਲਾ ਗਿਆ ਜਰਮਨ, ਔਰ ਉੱਥੇ ਜਾ ਕੇ ਵੀ ਉਹਨੇ ਜਿਹੜੀ ਡੀਲ ਕੀਤੀ BMW ਵਾਲੀ, ਉਹਨੂੰ ਤਾਂ ਲੋਕ ਅੱਜ ਕੱਲ੍ਹ ਭਗਵੰਤ ਮਾਨ ਵਰਕਸ ਕਹਿੰਦੇ ਨੇ, BMW ਉਹ ਵੀ ਬਣ ਗਈ, ਕਿਉਂਕਿ ਉਹਨਾਂ ਨੇ ਮਤਲਬ ਦੇ ਬਿਲੀਵ ਇਨ ਵੇਸਟੇਜ ਆਫ ਪਬਲਿਕ ਮਨੀ, ਬਾਇੰਗ ਦ ਮੀਡੀਆ ਔਰ ਵੇਸਟਿੰਗ, ਮਤਲਬ ਚਾਹੇ ਇਸ਼ਤਿਹਾਰਬਾਜ਼ੀ ਹੈ, ਆਲ ਦੋਜ਼ ਕਾਈਂਡ ਆਫ ਥਿੰਗ। ਤਾਂ ਇਹ ਮਤਲਬ ਇਹਨਾਂ ਨੂੰ ਕੋਈ, ਹੁਣ ਤੁਸੀਂ ਇਹ ਦੇਖੋ ਵੀ ਇਹ 1 ML ਕਦੇ ਕਹਿੰਦੇ 7 ਹੈ, ਕਦੇ ਕਹਿੰਦੇ 10 ਹੈ ਜਾਂ ਕੁਛ ਹੈ। ਜਦੋਂ ਹੁਣ ਇਹ ਜੇ ਇਹਨਾਂ ਕੋਲੇ ਕੋਈ ਰਿਕਾਰਡਿੰਗ ਹੈ, ਕੋਈ ਨੰਬਰ ਹੈ ਜਾਂ ਕੋਈ ਵੀ ਚੀਜ਼ ਹੈ, ਇਹਨਾਂ ਕੋਲੇ ਸਬੂਤ ਹੈ, ਇਹ ਪੇਸ਼ ਕਿਉਂ ਨਹੀਂ ਕਰ ਰਹੇ? ਲਾਅ ਕਹਿੰਦਾ ਹੈ, ਸੁਪਰੀਮ ਕੋਰਟ ਕਹਿੰਦੀ ਹੈ ਕਿ ਮੂਵਮੈਂਟ ਕੋਈ FIR ਰਜਿਸਟਰ ਹੁੰਦੀ ਹੈ, ਇਟ ਬਿਕਮਸ ਅ ਪਬਲਿਕ ਡਾਕੂਮੈਂਟ। ਅਤੇ ਫਿਰ ਅਜੇ ਤੱਕ ਇਹਨਾਂ ਨੇ ਪਬਲਿਕ ਡਾਕੂਮੈਂਟ ਕਿਉਂ ਨਹੀਂ ਕੀਤੀ ਹੈ FIR? ਅੱਛਾ, ਪਹਿਲਾਂ ਕਹਿੰਦੇ ਜੀ ਅਸੀਂ DGP ਨੂੰ ਦੇ ਰਹੇ ਹਾਂ। ਹੁਣ ਜਿਹੜਾ DGP ਹੈਗਾ ਉਹ ਵੀ ਇਨਵੈਸਟੀਗੇਸ਼ਨ ਆਫਿਸਰ ਨਹੀਂ ਬਣ ਸਕਦਾ, ਉਹ ਤਾਂ ਕੋਈ SHO ਹੀ ਕਰੇਗਾ। ਚਲੋ ਦੇਤੀ, ਕੋਈ ਗੱਲ ਨਹੀਂ। ਵੇਅਰ ਐਜ਼ ਦੇ ਸ਼ੁੱਡ ਹੈਵ ਸਮਨ ਦੀ DGP, ਉਹਨੂੰ ਉੱਥੇ ਜਾ ਕੇ ਦਰਖਾਸਤ ਦਿੰਦੇ। ਇੱਕ ਮਿਨਿਸਟਰ ਹੂ ਇਜ਼ ਐਕਟਿੰਗ ਚੀਫ ਮਿਨਿਸਟਰ, ਉਹ ਉਹਦੇ ਦਫ਼ਤਰ ਜਾ ਕੇ ਡਰਾਮਾ ਕਰ ਰਿਹਾ। ਅੱਛਾ, ਫਿਰ ਚਲੋ ਮੰਨ ਲਈ ਗੱਲ, ਫਿਰ ਉਹਨੂੰ ਅਗਲੇ ਦਿਨ ਅਸੀਂ ਡਿਮਾਂਡ ਕਰਤੀ ਵੀ ਮਿਟ ਦੀ ਆਨਰੇਬਲ ਗਵਰਨਰ ਕਿ ਜੀ ਜੇ ਇਹਨਾਂ ਦੀ ਗੱਲ ਹੈਗੀ ਤਾਂ ਫਿਰ ਇੱਕ ਇਹਦੀ ਇਨਕੁਆਇਰੀ ਹੈਗੀ, ਉਹ ਸਿਟਿੰਗ ਜੱਜ ਆਫ ਦੀ ਹਾਈ ਕੋਰਟ ਤੋਂ ਕਰਾਓ। ਅੱਛਾ, ਹੁਣ ਇਹਨਾਂ ਨੇ ਫਿਰ ਸਟ੍ਰੈਟਜੀ ਫਿਰ ਬਦਲ ਲਈ। ਇਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਕੀ ਕਹਿਣਾ, ਕਦੋਂ ਕਿਵੇਂ ਕੀ ਕਹਿਣਾ ਹੈਗਾ। ਹੁਣ ਕਹਿੰਦੇ ਜੀ ਨੇਸ਼ਨ ਵਾਈਡ ਤੁਸੀਂ ਇੱਕ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਕਰਾਓ ਜੀ, ਮਤਲਬ ਫਿਰ ਕਰਾ ਲੈਣ ਇਹਨਾਂ 'ਚ ਜੇ ਕਰਵਾ ਸਕਦੇ ਆ ਤਾਂ। ਫਿਰ ਇਹ ਦਿੱਲੀ ਦੀ ਗੱਲ ਕਰ ਰਹੇ ਹੈ ਕਿ ਪੰਜਾਬ ਦੀ ਗੱਲ ਕਰ ਰਹੇ ਕਿ ਸਾਰੇ ਭਾਰਤ ਦੀ ਗੱਲ ਕਰ ਰਹੇ ਕਿ ਸਾਰੀਆਂ ਸਟੇਟਾਂ ਦੇ ਵਿੱਚ ਇਹਨਾਂ ਦੇ ਮੈਂਬਰ ਜਿਹੜੇ ਲੈਜਿਸਲੇਟਿਵ ਅਸੈਂਬਲੀ ਉਹ ਤੋੜੇ ਗਏ ਨੇ ਜਾਂ ਲਏ ਗਏ ਨੇ। ਇਸ ਤੋਂ ਪਹਿਲਾਂ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਜਿਸ ਦਿਨ ਮਨੀਸ਼ ਸਿਸੋਦੀਆ ਸਾਹਿਬ ਦੇ ਘਰ CBI ਦੀ ਰੇਡ ਹੋਈ ਸੀ, ਉਸ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਖੜ ਕੇ ਕੇਜਰੀਵਾਲ ਸਾਹਿਬ ਨੇ ਇਹ ਗੱਲ ਕਹੀ, ਕਹਿੰਦੇ ਕਿ ਮਨੀਸ਼ ਸਿਸੋਦੀਆ ਨੂੰ ਜਾਂਦੇ ਜਾਂਦੇ CBI ਵਾਲੇ ਕਹਿ ਕੇ ਗਏ ਨੇ ਕਿ ਹੋਰ ਕੁਛ ਨਹੀਂ ਹੈ ਸਰ, ਸਾਨੂੰ ਤੁਹਾਨੂੰ 2 ਜਾਂ 3 ਦਿਨ ਵਾਸਤੇ ਚੱਕਣਾ ਜ਼ਰੂਰ ਪਊਗਾ ਕਿਉਂਕਿ ਉੱਪਰੋਂ ਦੀ ਸਾਨੂੰ ਪ੍ਰੈਸ਼ਰ ਹੈ। ਉਸ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਵੀ ਟਵੀਟ ਕਰਕੇ ਕਿਹਾ ਕਿ ਮੈਨੂੰ ਵੀ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਕਿ ਤੁਹਾਨੂੰ ਇੰਨੇ ਰੁਪਏ ਦੇ ਦੇਵਾਂਗੇ, ਤੁਸੀਂ ਪਾਰਟੀ ਦੇ ਵਿੱਚ ਆ ਜਾਓ ਤੇ ਨਾਲ ਦੇ ਨਾਲ ਤੁਹਾਡੀ CBI ਦੀ ਇਨਕੁਆਇਰੀ ਜਿਹੜੀ ਹੈ ਉਹ ਵੀ ਬੰਦ ਕਰਾ ਦਾਂਗੇ। ਲਗਾਤਾਰ ਇੱਦਾਂ ਦੇ ਸਵਾਲ ਜਿਹੜੇ ਨੇ ਕੇਜਰੀਵਾਲ ਸਾਹਿਬ ਦੇ ਵੱਲੋਂ, ਆਮ ਆਦਮੀ ਪਾਰਟੀ ਦੇ ਵੱਲੋਂ ਭਾਜਪਾ 'ਤੇ ਚੁੱਕੇ ਜਾ ਰਹੇ ਨੇ। ਦੇਖੋ, ਇੱਕ ਤਾਂ ਇਹਨਾਂ ਨੇ ਬੜਾ ਟ੍ਰੈਚਰਸਲੀ, ਕੇਜਰੀਵਾਲ ਦਾ ਤਾਂ ਰਿਕਾਰਡ ਰਿਹਾ, ਚਾਹੇ ਇਹਦੇ ਸਾਥੀ ਸੀ ਅੰਨਾ ਹਜ਼ਾਰੇ ਸੀ, ਕੁਮਾਰ ਵਿਸ਼ਵਾਸ ਸੀ, ਉਹ ਸਾਰੇ ਬੰਦੇ ਨੂੰ ਇਹਨੇ ਵੀ ਸਹੁੰ ਖਾਈ ਸੀ ਆਪਣੇ ਬੱਚਿਆਂ ਦੀ ਕਿ ਮੈਂ ਕਦੇ ਪੋਲੀਟਿਕਸ ਨਹੀਂ ਆਊਂਗਾ, ਮੈਂ ਕਦੇ ਇਲੈਕਸ਼ਨ ਨਹੀਂ ਲੜੂੰਗਾ। ਉਹ ਬੱਚੇ ਵੀ ਵਿਚਾਰੇ ਪਤਾ ਨਹੀਂ ਉਹਨਾਂ ਦੀ ਸਹੁੰ ਵੀ ਕਿੱਧਰ ਨੂੰ ਗਈ ਜਾਂ ਕੀ ਹੋਇਆ। ਇਹ ਬੰਦਾ ਜਿਹੜਾ ਹੈਗਾ ਹੀ ਡਜ਼ਨਟ ਫੋਲੋ ਐਨੀ ਪ੍ਰਿੰਸੀਪਲ, 1। ਦੂਸਰਾ ਹੈਗਾ ਕਿ ਹੀ ਡਜ਼ ਸਪੀਕ ਆਊਟਸਾਈਡ, ਹੀ ਸਪੀਕਸ ਇਨ ਦੀ ਵਿਧਾਨ ਸਭਾ, ਕਿਉਂਕਿ ਵਿਧਾਨ ਸਭਾ ਦੇ ਵਿੱਚ ਆਪ ਜੋ ਮਰਜ਼ੀ ਕਹੋ, that cannot be challenged in any court. That's the privilege to any assembly कि वहाँ जो होता है उसका even high court भी कोई नोटिस नहीं ले सकते. So that is the safest place for them to say whatever they wish to. ठीक है। और ਇਹਦੇ ਨਾਲ ਜਿਹੜੀ ਹੁਣ ਸਿਸੋਦੀਆ ਸਾਹਿਬ ਦੀ ਆਪਾਂ ਗੱਲ ਕਰ ਰਹੇ ਹਾਂ, ਸਿਸੋਦੀਆ ਸਾਹਿਬ ਨੂੰ ਕਿਸ ਬੰਦੇ ਨੇ ਹਟਾਇਆ ਹੈ ਕਿ ਤੁਸੀਂ ਆਪਣੇ ਜਿਹੜੇ ਤੁਹਾਡੇ ਕੋਲ ਐਵੀਡੈਂਸ ਹੈਗਾ ਤੁਸੀਂ ਉਹ ਨਾ ਦਿਓ। ਇਹ ਨੰਗਾ ਕਿਉਂ ਨਹੀਂ ਕਰਦੇ ਕਿਸੇ ਨੂੰ? ਹੁਣ ਅਸੀਂ ਇਹਨਾਂ ਨੂੰ ਨੰਗਾ ਕਰਾਂਗੇ। ਇਹਨਾਂ ਨੇ ਤਾਂ ਇਹ ਜਿਹੜਾ ਸ਼ਗੂਫਾ ਛੱਡਣਾ ਛੱਡ ਦਿੱਤਾ, ਪਰ ਅਸੀਂ ਇਹਨਾਂ ਨੂੰ ਹੁਣ ਨੰਗਾ ਕੀਤਾ ਬਿਨਾਂ ਨਹੀਂ ਛੱਡਣਾ, ਕਿਉਂਕਿ ਇਹਨਾਂ ਕੋਲ ਕੋਈ ਜੇ ਹੈ ਐਵੀਡੈਂਸ ਹੈਗਾ ਤਾਂ ਸਾਨੂੰ, ਅਸੀਂ ਤਾਂ ਅੱਜ ਵੀ ਤਿਆਰ ਹੈ ਜਿਹਦੀ ਜ਼ਿੰਮੇਵਾਰੀ ਬਣਦੀ। ਹੁਣ ਇਹ ਕਹਿ ਰਹੇ ਨੇ ਇਹ ਪੰਜਾਬ 'ਚ ਇੰਨਾ ਕੁਛ ਹੋ ਗਿਆ, ਪੁਲਿਸ ਕਿਹਦੀ ਹੈ ਜੀ? ਇੰਟੈਲੀਜੈਂਸ ਕਿਹਦੀ ਹੈ ਜੀ? ਕੇਸ ਕਿਹਨੇ ਰਜਿਸਟਰ ਕਰਨਾ ਜੀ? ਇਨਵੈਸਟੀਗੇਟ ਕਿਹਨੇ ਕਰਨਾ ਜੀ? ਕਿਉਂ ਨਹੀਂ ਕਰਦੇ? ਉਹ ਬਾਊ ਜੀ ਪਤਾ ਨਹੀਂ ਕਿਹਨੂੰ ਕਹੀ ਜਾਂਦੇ ਨੇ। ਹੋ ਸਕਦਾ ਬਾਊ ਜੀ ਇਹੀ ਨਾ ਨਿਕਲੇ ਹੁਣ ਕੇਜਰੀਵਾਲ ਸਾਹਿਬ, ਕਿਉਂਕਿ ਇਹ ਉਹਨਾਂ ਦੀ ਬੜੀ ਵੱਡੀ ਤਮੰਨਾ ਹੈ ਕਿ ਮੈਂ ਇੱਕ ਇੰਡੀਪੈਂਡੈਂਟ ਸਟੇਟ ਦਾ ਚੀਫ ਮਿਨਿਸਟਰ ਬਣਨਾ। ਪਿਛਲੀ ਵਾਰੀ ਤਾਂ 2017 ਦੇ ਵਿੱਚ ਤਾਂ ਉਹਨਾਂ ਨੇ ਪੂਰਾ ਰੌਲਾ ਪਾਇਆ ਸੀ ਅਤੇ ਹੋ ਗਿਆ। ਉਹ ਖੈਰ ਗੱਲ ਹੀ ਨਹੀਂ ਬਣੀ। 20 ਬੰਦੇ ਜਿੱਤੇ, ਉਹਨਾਂ ਦੇ ਵਿੱਚੋਂ 9 ਕਿ 10 ਰਹਿ ਗਏ, 10 ਉਹ ਛੱਡ ਗਏ। 4 ਮੈਂਬਰ ਪਾਰਲੀਮੈਂਟ ਸੀ, ਉਹਨਾਂ 'ਚੋਂ ਇੱਕ ਰਹਿ ਗਿਆ, ਇਕੱਲਾ ਭਗਵੰਤ ਮਾਨ। ਇਹ ਕਿਹੜੇ ਬੰਦੇ ਨੇ, ਕਿਹੜੀਆਂ ਗੱਲਾਂ ਕਰਦੇ ਨੇ? ਔਰ ਸਾਡੇ ਕੋਲ 2 ਮੈਂਬਰ ਪਾਰਲੀਮੈਂਟ, 2 ਮੈਂਬਰ ਨੇ MLA। ਕੈਨ ਯੂ ਥਿੰਕ ਆਫ ਕਿ ਅਸੀਂ 50 ਵੀ ਨੀਡ 59 ਜੀ, ਵੇਅਰ ਫਰੋਮ ਵਿਲ ਬ੍ਰਿੰਗ। ਮਤਲਬ ਇਹਨਾਂ ਨੇ ਕੀ ਕੀਤਾ ਹੈਗਾ ਇਨ ਦੀ ਪ੍ਰੋਸੈਸ,
ਇਹਨਾਂ ਨੇ ਆਪਣੇ ਜਿਹੜੇ ਸੋ ਕਾਲਡ ਕਹਿੰਦੇ ਸਾਡੇ ਨਗ ਨੇ, ਹੀਰੇ ਨੇ 92। ਪਹਿਲਾਂ ਤਾਂ ਉਹਨਾਂ ਦਾ ਇਸ਼ਤਿਹਾਰ ਇੱਕ ਹੀਰੇ ਦਾ ਨਾਮ ਮੈਂ ਲੈ ਲਵਾਂ, ਕਿਉਂਕਿ ਸ਼ੀਤਲ ਅੰਗੁਰਾਲ ਸਾਹਿਬ ਕਹਿ ਕੇ ਗਏ ਨੇ, ਕਹਿੰਦੇ ਕਿ ਅਗਰ ਮੈਨੂੰ ਕੁਝ ਹੋ ਜਾਂਦਾ ਤੇ ਬਾਬੂ ਅਮਿਤ ਸ਼ਾਹ ਮੈਨੂੰ ਮਰਵਾਣਗੇ, ਹੋਰ ਕੋਈ ਨਹੀਂ ਹੋ ਸਕਦਾ। ਉਹਨਾਂ ਦੇ ਬਾਰੇ ਜ਼ਰੂਰ ਦੱਸ ਦਿਓ, ਕਿਉਂਕਿ ਉਹਨਾਂ ਦੀਆਂ ਕੁਝ ਤਸਵੀਰਾਂ ਜਿਹੜੀਆਂ ਨੇ ਵਿਕਰਮ ਸਿੰਘ ਮਜੀਠੀਆ ਨੇ ਦਿਖਾਈਆਂ ਕਿ ਅਮਿਤ ਸ਼ਾਹ ਸਾਹਿਬ ਦੇ ਨਾਲ ਹੀ ਉਹਨਾਂ ਦੀਆਂ ਤਸਵੀਰਾਂ ਨੇ, ਕਲਰ ਕੰਬੀਨੇਸ਼ਨ ਮੈਚ ਨੇ। ਉਹਨਾਂ ਦੇ ਸਾਹਮਣੇ ਜ਼ਰੂਰ ਦੱਸੋ। ਇਹ ਆਪ ਦੱਸਣ ਨਾ ਵੀ ਉਹਨਾਂ ਦਾ ਬੀਜੇਪੀ ਨਾਲ ਕੀ ਰਿਸ਼ਤਾ ਸੀ। ਤੇ ਜਿਹੜੇ 9 ਕੇਸ ਉਹਨੇ ਕਰਾਏ ਨੇ ਮਜੀਠੀਆ ਸਾਹਿਬ ਨੇ, ਉਹਦੇ ਵਿੱਚ ਕੋਈ ਵੈਰਾਈਟੀ ਨਹੀਂ ਹੈ। ਘਟੀਆ ਤੋਂ ਘਟੀਆ ਇਲਜ਼ਾਮ, ਚਾਹੇ ਰੇਪ ਹੈ, ਚਾਹੇ ਕੋਈ ਡਿਸਓਨਰ ਕਰਨ ਦੀ ਗੱਲ ਹੈ, ਚਾਹੇ ਕਰਪਸ਼ਨ ਦੀ ਗੱਲ ਹੈ, ਜਾਂ ਉਹ ਸਾਰੇ ਤਰ੍ਹਾਂ ਦੇ ਕੇਸ ਉਹ ਅੰਗਰਾਲ ਦੇ ਉੱਪਰ ਹੈ। ਤੇ ਹੁਣ ਉਹ ਕਹੀ ਜਾਂਦਾ ਮੈਨੂੰ ਉਹਨਾਂ ਤੋਂ ਖਤਰਾ ਹੈ। ਤੇ ਉਹਨਾਂ ਦੇ ਤਾਂ ਫਿਰ ਫੋਟੋਆਂ ਉਹਨਾਂ ਦੀਆਂ ਕਿੱਥੋਂ ਆ ਗਈਆਂ ਨਾਲ? ਇਹ ਬੰਦੇ ਮਤਲਬ ਪਤਾ ਕਿ ਇੱਕ ਅੱਧਾ ਬੰਦਾ ਇਹਨਾਂ ਨੇ ਅੱਗੇ ਕੀਤਾ ਹੈ, ਔਰ ਉਹ ਬੰਦਾ ਇਹੋ ਜਿਹਾ ਅੱਗੇ ਕਰ ਲਿਆ ਜਿਹਦਾ ਕੋਈ ਨਾ ਤਾਂ ਉਹਦਾ ਕੋਈ ਕਰੈਕਟਰ ਹੈ, ਨਾ ਉਹਦੀ ਕੋਈ ਬੈਕਗਰਾਊਂਡ ਹੈ। ਹੁਣ ਤੁਸੀਂ ਇਹ ਦੇਖੋ, ਕੋਈ ਇਹਨਾਂ ਦੇ MLA ਦੀ ਗੱਲ ਕਰ ਲਓ, ਕੋਈ ਜੇ ਚਾਹੇ ਉਹ ਪਠਾਨ ਮਾਜਰਾ ਹੈ, ਹਾਲਾਂਕਿ ਉਹ ਪਰਸਨਲ ਮੈਟਰ ਵੀ ਆਪਾਂ ਕਹਿ ਸਕਦੇ ਹਾਂ, ਪਰ ਸੈਕੰਡ ਮੈਰਿਜ ਕੀਤੀ ਹੈ, ਪਹਿਲੀ ਦਾ ਤਲਾਕ ਤਾਂ ਨਹੀਂ ਹੋਇਆ। ਫਿਰ ਜਿਹੜੀ ਵਿਮਨ ਸੈਕਟਰ ਦੀ ਗੱਲ ਕਰ ਲਓ, ਪ੍ਰੋਫੈਸਰ ਬਲਜਿੰਦਰ ਕੌਰ ਹੈ, ਸੈਕੰਡ ਟਾਈਮ ਉਹਦੇ 'ਤੇ ਵਾਇਲੈਂਸ ਹੋ ਰਹੀ ਹੈ, ਉਹ 'ਤੇ ਕੋਈ ਐਕਸ਼ਨ ਨਹੀਂ ਹੋ ਰਿਹਾ। ਸਰਾਰੀ ਹੈ, ਉਹਨੇ ਸ਼ਰੇਆਮ ਉਹਦੀ ਆਡੀਓ ਕਲਿੱਪ ਘੁੰਮ ਰਹੀ ਹੈ ਕਿ ਜੀ ਇਹ ਪੈਸੇ ਮੰਗਦਾ ਹੈ, ਉਹਦੇ 'ਤੇ ਕੋਈ ਐਕਸ਼ਨ ਨਹੀਂ ਹੋ ਰਿਹਾ। ਔਰ ASA ਨੇ ਇੱਕ ਹਰਿਆਣੇ ਜਿਹੜਾ ਪੁਲਿਸ ਸਟੇਸ਼ਨ ਹੁਸ਼ਿਆਰਪੁਰ 'ਚ, ਉਹਨੇ ਸੁਸਾਈਡ ਕਮਿਟ ਕੀਤਾ, ਵੀਡੀਓ ਬਣਾਈ, ਸਰਵਿਸ ਰੋਲ ਥਾਣੇ ਦੇ ਵਿੱਚ ਆਪਣੀ ਜਾਨ ਲਈ ਹੈ। ਹੁਣ ਉਹਦੀ ਵਾਈਫ ਤੋਂ ਵੀ ਇਹਨਾਂ ਨੇ ਲੈ ਲਈ ਆਪਣੀ ਦਰਖਾਸਤ ਕਿ ਜੀ ਮੈਨੂੰ ਤਾਂ ਆਈ ਡੋਂਟ ਨੀਡ ਐਨੀ ਐਕਸ਼ਨ। ਮਤਲਬ ਇਹਨਾਂ ਦੀ ਗਵਰਨੈਂਸ ਜਿੰਨੀ ਘਟੀਆ ਹੋ ਸਕਦੀ ਹੈ ਤੁਸੀਂ ਸੋਚ ਨਹੀਂ ਸਕਦੇ। ਤੇ ਜੇ ਰੇਟ 'ਤੇ ਰੇਟ ਪਈ ਜਾਂਦੀ, ਚੇਤਨ ਮਾਜਰਾ ਲੈ ਲਓ, ਕੋਈ ਲੈ ਲਓ, ਦਿਨੇਸ਼ ਮਤਲਬ ਮੈਂ ਨਾਂ ਲੈਂਦਾ ਨਹੀਂ ਚੰਗਾ ਲੱਗਦਾ ਕਿਉਂਕਿ ਉਹ ਗੱਲ ਨਹੀਂ, ਪਰ ਇਹਨਾਂ ਦੇ ਜਿਹੜੀ ਹੁਣ ਕੋਈ ਚੀਜ਼ ਲੁੱਕੀ ਛੁਪੀ ਨਹੀਂ। 6 ਮਹੀਨੇ ਹੋਏ ਸਰਕਾਰ ਨੂੰ, ਲੋਕਾਂ ਨੇ ਦੇਣੇ ਸੀ 6 ਮਹੀਨੇ ਦੇ ਦਿੱਤੇ, ਪਰ ਇਹਨਾਂ ਨੇ ਵਿੱਚ ਨੂੰ ਰੌਲਾ ਪਾਤਾ ਸੀ, ਆਹ ਕਰਤਾ ਉਹ ਕਰਤਾ, ਹੋਇਆ ਕੁਛ। ਤੁਸੀਂ ਇੱਕ ਪਾਲਿਸੀ ਦੱਸੋ। ਹੁਣ ਐਕਸਾਈਜ਼ ਪਾਲਿਸੀ ਦੀ ਗੱਲ ਕਰਦੇ ਹਾਂ, ਜੇ ਐਕਸਾਈਜ਼ ਪਾਲਿਸੀ ਇੰਨੀ ਚੰਗੀ ਸੀ ਤੇ ਸਿਸੋਦੀਆ ਸਾਹਿਬ ਬਿਲਕੁਲ ਬੇਦਾਗ ਸੀ, ਫਿਰ ਵਾਪਸ ਕਿਉਂ ਲੈ ਲਈ? ਜੇ ਤੁਸੀਂ ਕੋਈ ਗੱਲ ਮਾੜੀ ਕੀਤੀ ਨਹੀਂ ਤੇ ਫਿਰ ਕਰੇ ED ਇਨਕੁਆਇਰੀ, ਕਰੇ CBI ਇਨਕੁਆਇਰੀ, ਤੁਹਾਡਾ ਤਾਂ ਕੋਈ ਇਸ਼ੂ ਨਹੀਂ। ਤੁਸੀਂ ਤਾਂ ਕਹਿੰਦੇ ਅਸੀਂ ਇੱਕ ਤਾਂ ਇਮਾਨਦਾਰ ਪਹਿਲਾਂ ਕਹਿੰਦੇ ਸੀ, ਫਿਰ ਉਹ ਕਹਿੰਦੇ ਜੀ ਅਸੀਂ ਤਾਂ ਕੱਟੜ ਇਮਾਨਦਾਰ। ਤੇ ਕੱਟੜ ਇਮਾਨਦਾਰ ਬੰਦੇ ਨੂੰ ਤਾਂ ਡਰ ਹੁੰਦਾ ਹੀ ਨਹੀਂ ਕੋਈ। ਫਿਰ ਇਹਨਾਂ ਸਾਰੀਆਂ ਚੀਜ਼ਾਂ ਉੱਤੇ ਭਾਜਪਾ ਕੀ ਐਕਸ਼ਨ ਲਏਗੀ? ਕਿਉਂਕਿ ਜੇਕਰ ਮੈਂ ਇਹਨਾਂ ਸਾਰੀਆਂ ਚੀਜ਼ਾਂ ਦੀ ਗੱਲ ਕਰਾਂ, ਜਾਂ ਜਿਸ ਤਰੀਕੇ ਨਾਲ PR ਕੀਤੀ ਜਾ ਰਹੀ ਹੈਗੀ ਹੈ, ਜਾਂ ਜਿਹੜੇ ਸੁਨੇਹੇ ਬਾਹਰ ਆ ਰਹੇ ਨੇ, ਉਹਨਾਂ ਦੇ ਵਿੱਚ ਲਗਾਤਾਰ ਜਿਹੜਾ ਡੀਫੇਮ ਭਾਜਪਾ ਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਹੁਣ ਭਾਜਪਾ ਦੇ ਵੱਲੋਂ ਕੀ ਜਿਹੜਾ ਹੈ ਉਹ ਸਟੈਪ ਲਿਆ ਜਾਏਗਾ? ਕਿਉਂਕਿ ਅਕਾਲੀ ਦਲ ਨੇ ਤਾਂ ਲੈ ਲਿਆ, ਅੱਜ ਉਹ ਚੰਡੀਗੜ੍ਹ ਪੁਲਿਸ ਦੇ ਵਿੱਚ ਜਾ ਰਹੇ ਨੇ ਕੇਸ ਦਰਜ ਕਰਾਉਣ ਕਿ ਜਿਹੜੀਆਂ ਚੀਜ਼ਾਂ ਹਰਪਾਲ ਸਿੰਘ ਸਾਹਿਬ ਨੇ, ਹਰਪਾਲ ਚੀਮਾ ਸਾਹਿਬ ਨੇ ਕਹੀਆਂ ਨੇ, ਉਹ ਸਾਰੀਆਂ ਜਿਹੜੀਆਂ ਨੇ ਪਹਿਲਾਂ ਦੇਖੀਆਂ ਜਾਣ, ਤੱਤਾਂ ਦੇ ਆਧਾਰ ਤੇ ਗੱਲ ਕੀਤੀ ਜਾਵੇ ਕਿ ਕੀ 25-25 ਕਰੋੜ ਰੁਪਇਆ ਜੇਕਰ ਆਫਰ ਹੋਇਆ, ਕਿੱਥੋਂ ਹੋਇਆ ਆ, ਤੇ ਜਿਹੜੇ ਸਬੂਤਾਂ ਦੀ ਗੱਲ ਕੀਤੀ ਗਈ ਸੀ ਉਹ ਕਿਹੜੇ ਨੇ। ਹੁਣ ਭਾਜਪਾ ਦੇ ਵੱਲੋਂ ਕੀ ਕੀਤਾ ਜਾਏਗਾ ਇਹਨਾਂ ਦੇ ਉੱਤੇ? ਪਹਿਲਾਂ ਤਾਂ ਤੁਸੀਂ ਦੇਖੋ, ਇਹ ਦੇਖੋ ਵੀ ਜਿਹੜੇ 800 ਕਰੋੜ ਤੇ 1375 ਇੱਥੇ ਇਹਨਾਂ ਨੇ ਇਕੱਠਾ ਕਰ ਲਿਆ, ਕਿ ਹਰਪਾਲ ਚੀਮਾ ਨੇ ਨੋਟ ਗਿਣ ਕੇ ਰੱਖੇ ਸੀ ਕਿ ਉਹਦੀ ਤਿਜੋਰੀ ਦੇ ਵਿੱਚ ਪਏ, ਇਹਨਾਂ ਨੂੰ ਦੇਣਾ ਆਸੇ ਕੀਤੇ ਸੀ ਨਾ, ਜੇ ਮੰਨ ਵੀ ਲਿਆ ਜਾਵੇ, ਤੇ 10 ਕਿੱਥੇ ਪਏ ਨੇ? ਮਤਲਬ ਐਡੀਆਂ ਵਾਹਿਯਾਤ ਗੱਲਾਂ ਇਹ ਕਰ ਰਹੇ ਨੇ ਜਿਨ੍ਹਾਂ ਦੀ ਕੋਈ ਵਾਇਬਿਲਿਟੀ, ਕੋਈ ਪ੍ਰੈਕਟੀਕੈਬਿਲਿਟੀ, ਕੋਈ ਸੈਂਸ ਹੀ ਨਹੀਂ ਬਣਦੀ। ਤੇ ਇਹ ਇੱਦਾਂ ਹਾਊ ਲੌਂਗ ਦੇ ਕੈਨ ਸਰਵਾਈਵ। ਇਹਨਾਂ ਦਾ ਇੱਕੋ ਹੀ ਪ੍ਰੋਬਲਮ ਹੈ ਕਿ ਇਹਨਾਂ ਤੋਂ ਕੁਛ ਨਹੀਂ ਹੋਇਆ। ਕੋਈ ਇਹੋ ਜਿਹੀ ਇਹਨਾਂ ਦੀ ਪਾਲਿਸੀ ਤੁਸੀਂ ਲੈ ਲਓ, ਚਾਹੇ ਉਹ ਆਟਾ ਦਾਲ ਸੀ, ਉਹ ਸਟੇ ਹੋ ਗਈ, ਮਾਇਨੇ ਦਾ ਟੋਟਲੀ ਸਟੇ ਹੋ ਗਈ। ਮਤਲਬ ਐਵਰੀ ਸਿੰਗਲ ਡੇ ਦੇ ਆਰ ਗੈਟਿੰਗ ਸਲੈਪਸ ਫਰਾਮ ਦੀ ਆਨਰੇਬਲ ਹਾਈ ਕੋਰਟ, ਚਾਹੇ ਉਹ ਲਾਪਸਰ ਦੀ ਗੱਲ ਹੈ, ਚਾਹੇ ਮਤਲਬ ਕਿੰਨੀਆਂ ਨੇ, ਮਤਲਬ ਉਹਦੇ ਵਿੱਚ ਇਹਨਾਂ ਤੋਂ ਦੇ ਹੈਵ ਨਥਿੰਗ ਟੂ ਸੇ। ਉਹਨੂੰ ਹਾਈਡ ਕਰਨ ਵਾਸਤੇ ਇੱਕ ਡਰਾਮਾ ਕੀਤਾ ਜਾ ਰਿਹਾ। ਤੁਸੀਂ ਦੇਖੋ, ਅੱਜ ਤੱਕ ਭਗਵੰਤ ਮਾਨ ਨੇ ਤਾਂ ਕਦੇ ਪ੍ਰੈਸ ਕਾਨਫਰੰਸ ਨਹੀਂ ਕੀਤੀ, ਉਹ ਤਾਂ ਇੱਕ ਆਪਣੀ ਇੱਕ ਵੀਡੀਓ ਇਸ਼ੂ ਕਰਦਾ। ਅਤੇ ਆਹ 7-8 ਦਿਨਾਂ 'ਚ ਕੀ ਐਡਾ ਭੁਚਾਲ ਆ ਗਿਆ ਪੰਜਾਬ ਦੇ ਵਿੱਚ ਕਿ ਹਰਪਾਲ ਚੀਮਾ ਹੋਰ ਕੁਛ ਕਰ ਹੀ ਨਹੀਂ ਕਰ, ਉਹ ਇਕੱਲੀਆਂ ਪ੍ਰੈਸ ਕਾਨਫਰੰਸਾਂ ਕਰੀ ਜਾਂਦਾ। ਅੱਛਾ, ਫਿਰ ਇਹ ਹੈਗਾ ਕਿ ਜੇ ਪਹਿਲੀ ਗੱਲ ਤਾਂ ਤੁਸੀਂ ਇਹ ਕਹਿ ਰਹੇ ਹੋ ਕਿ ਜੀ ਅਸੀਂ ਸਬੂਤ ਇਕੱਠੇ ਕਰ ਰਹੇ ਹਾਂ, ਜੇ ਪਹਿਲਾਂ ਸਬੂਤ ਇਕੱਠੇ ਕਰ ਲਓ। ਐਡੀ ਕਾਹਲ ਉਹਦੇ ਵਿੱਚ ਹੈਗੀ ਹੈ? ਪਹਿਲਾਂ ਆਪਣਾ ਸਾਰਾ, ਫਿਰ ਉਹ ਕਹਿੰਦੇ ਜੀ ਅਸੀਂ ਅਜੇ ਕਈ ਚੀਜ਼ਾਂ ਨਸ਼ਰ ਨਹੀਂ ਕਰਨੀਆਂ। ਤੁਸੀਂ ਕੰਪਲੇਂਟ ਦੇ ਦਿੱਤੀ, ਕੰਪਲੇਨੈਂਟ ਦਾ ਉਦੋਂ ਬਾਅਦ ਉਹਦੇ 'ਤੇ ਕੋਈ ਰਾਈਟ ਨਹੀਂ ਹੁੰਦਾ। ਇਟਸ ਫਾਰ ਦੀ ਇਨਵੈਸਟੀਗੇਸ਼ਨ ਆਫਿਸਰ ਟੂ ਸੇ ਕਿ ਜੀ ਆਹ ਚੀਜ਼ ਅਜੇ ਮੈਂ ਨਸ਼ਰ ਕਰਨੀ ਹੈ, ਜੇ ਨਸ਼ਰ ਨਹੀਂ ਕਰਨੀ। ਇਹ ਆਪੇ ਕੰਪਲੇਂਟ ਦਿੰਦੇ, ਆਪੇ ਮਤਲਬ ਕਹਿੰਦੇ ਅਸੀਂ ਅਜੇ ਨਸ਼ਰ ਨਹੀਂ ਕਰਨੀ। ਮਤਲਬ ਇਹਨਾਂ ਕੋਲ ਕੋਈ ਜੇ ਹੈਗਾ ਤਾਂ ਅੱਜ ਵੀ ਅਸੀਂ ਕਹਿੰਦੇ ਹਾਂ ਵੀ ਆਰ ਬੈਗਿੰਗ ਕਿ ਮੇਕ ਇਟ ਪਬਲਿਕ।
ਲੈਟ ਦ ਪਬਲਿਕ ਨੋ ਕਿ ਕਿਹੜੇ ਬੰਦੇ ਨੇ ਕੀ ਕੀਤਾ, ਕਦੋਂ ਆਫਰ ਕੀਤਾ, ਕੀ ਗੱਲ। ਔਰ ਇਹ ਐਡੇ ਵੱਡੇ ਬੰਦਿਆਂ 'ਤੇ ਇੱਦਾਂ ਦੇ ਘਟੀਆ ਇਲਜ਼ਾਮ ਲਗਾ ਰਹੇ ਨੇ। ਔਰ ਜਿਹਦੀ ਮੰਨ ਲਓ 2-4 ਮੈਂਬਰ ਦੀ ਕੋਈ ਲੋੜ ਹੋਵੇ ਕਿਤੇ ਬੰਦਾ ਸੋਚ ਸਕਦਾ ਹੈ ਵੀ ਬੰਦੇ ਪੱਟੇ ਜਾ ਸਕਦੇ। 2 ਬੰਦਿਆਂ ਨਾਲ ਅਸੀਂ 57 ਬੰਦੇ ਕਿੱਦਾਂ ਪੱਟ ਲਾਂਗੇ? ਮਤਲਬ ਕੋਈ ਗੱਲ ਦੀ ਸੈਂਸ ਤੇ ਬਣੇ ਨਾ। ਆਪਰੇਸ਼ਨ ਲੋਟਸ ਜਲੂਸ ਕੱਢੀ ਜਾਂਦੇ ਨੇ। ਫਿਰ ਤੁਸੀਂ ਹੋਰ ਦੇਖ ਲਓ, ਇਹ ਤੁਸੀਂ ਆਪਾਂ ਰੁਜ਼ਗਾਰ ਦੀ ਗੱਲ ਵੀ ਕੀਤੀ ਸੀ। ਪਹਿਲਾਂ ਤਾਂ ਮੱਤੇਵਾੜਾ ਲਾਉਣਾ ਸੀ, ਪਹਿਲਾਂ ਇਹਨਾਂ ਨੇ ਅਪੋਜ਼ ਕੀਤਾ, ਫਿਰ ਉੱਥੋਂ ਅਸੈਂਬਲੀ ਦੇ ਵਿੱਚ ਵੀ ਕਿਹਾ, ਫਿਰ ਉਹਨੂੰ ਓਨ ਕੀਤਾ। ਅੱਛਾ, ਹੁਣ ਇਹਨਾਂ ਨੇ ਰਾਜਪੁਰੇ ਕਹਿ ਤਾ ਕਿ ਅਸੀਂ ਰਾਜਪੁਰੇ ਲਾਵਾਂਗੇ। ਰਾਜਪੁਰੇ ਦੀਆਂ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਨੇ ਵੀ ਮਤਾ ਪਾਸ ਕਰਤਾ ਵੀ ਅਸੀਂ ਨਹੀਂ ਜ਼ਮੀਨ ਦੇਣੀ। ਇਹਨਾਂ ਤੋਂ ਕੁਛ ਨਾ ਹੋ ਸਕਦਾ। ਇੰਨੀ ਮੈਂ ਨਾ ਲੋਕਾਂ ਦੀ ਦੇਖੋ, ਪੀਪਲ ਨੈਵਰ ਆਪਟਡ ਫਾਰ ਦੈਮ। ਨਾ ਕਿਸੇ ਐਮਐਲਏ ਨੂੰ ਪਤਾ ਮੈਨੂੰ ਵੋਟ ਕਿਹਨੇ ਪਾਈ ਹੈ, ਨਾ ਕਿਸੇ ਵੋਟਰ ਨੂੰ ਪਤਾ ਵੀ ਮੈਂ ਕਿਹੜੇ ਐਮਐਲਏ ਨੂੰ ਵੋਟ ਪਾਈ। ਸਿਰਫ ਅਕਾਲੀ ਦਲ ਅਤੇ ਕਾਂਗਰਸ, ਕਿਉਂਕਿ ਇਸ ਤਾਂ ਮਾਈਨਰ ਪਾਰਟਨਰ ਸੀਗੇ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਉਹਨਾਂ ਦੀਆਂ ਨੀਤੀਆਂ ਤੋਂ, ਉਹਨਾਂ ਦੀਆਂ ਵਾਅਦਿਆਂ ਤੋਂ, ਉਹਨਾਂ ਦੀ ਲੁੱਟ ਖਸੁੱਟ ਤੋਂ ਲੋਕਾਂ ਨੇ ਤੰਗ ਆ ਕੇ ਇੱਕ ਇਹਨਾਂ ਨੂੰ ਜਿਤਾਇਆ ਨਹੀਂ, ਉਹਨਾਂ ਨੂੰ ਹਰਾਇਆ। ਉਸ ਚੱਕਰ ਦੇ ਵਿੱਚ ਆ ਗਏ। ਔਰ ਜਿੱਦਾਂ ਦੇ ਆਏ ਨੇ, ਜੋ ਜਲੂਸ ਇਹਨਾਂ ਦੇ ਨਿਕਲ ਰਹੇ ਨੇ, ਚਾਹੇ ਡਾਕਟਰ ਵਿਜੇ, ਹੁਣ ਤੁਸੀਂ ਹੋਰ ਦੇਖੋ, ਡਾਕਟਰ ਵਿਜੇ ਸਿੰਗਲਾ ਨੂੰ ਬਰਖਾਸਤ ਕਰਤਾ। ਉਹਦੇ ਇਹ ਮੁਕੱਦਰ ਦੇ ਧਨੀ ਇਹਨਾਂ ਦੇ ਨਾਂ 'ਤੇ ਲਿਖਿਆ ਸੀਗਾ ਅਤੇ ਇਹ ਚੀਜ਼ ਹੋਣੀ ਸੀ, ਪਰ ਲੋਕਾਂ ਨੇ ਹੁਣ ਦੇਖ ਲਿਆ। 3 ਮਹੀਨਿਆਂ 'ਚ ਤੁਸੀਂ ਇਹ ਦੱਸੋ ਕਿਹੜੀ ਸਰਕਾਰ ਹੈ ਜਿਹੜੀ, ਮਤਲਬ ਮੈਂ ਨਾ ਪਹਿਲੇ 2 ਸਾਲ ਤੱਕ ਇਹ ਗਰੰਟੀਡ ਹੁੰਦਾ, ਮੈਂ ਤਾਂ ਇੰਨੀ ਸਰਵਿਸ ਕੀਤੀ ਹੈ ਵੀ ਬਾਈ ਇਲੈਕਸ਼ਨ ਬਿਲੋਂਗਸ ਟੂ ਦੀ ਰੂਲਿੰਗ ਪਾਰਟੀ। ਔਰ ਉਹ ਵੀ ਜਿੱਥੋਂ ਭਗਵੰਤ ਮਾਨ 2 ਵਾਰੀ ਬਣਿਆ, ਔਰ ਉਹ ਵੀ ਇਕੱਲਾ ਜਿੱਥੋਂ ਬਾਅਦ 'ਚ ਬਣਿਆ। ਅਤੇ ਫਿਰ ਤੁਸੀਂ ਉਹ 3 ਮਹੀਨਿਆਂ 'ਚ ਲੂਜ਼ ਕਰਦੇ। ਉਹ ਵੀ ਲੂਜ਼ ਤੁਸੀਂ ਉਸ ਬੰਦੇ ਨੂੰ ਕਰਦੇ ਨੇ ਜਿਹੜਾ ਕਹਿੰਦਾ ਮੈਂ ਅੱਖ ਮਾਰੂੰਗਾ ਸੱਜੀ, ਤੁਸੀਂ ਵੀ ਮਾਰਨੀ ਹੈ। ਜਦੋਂ ਇਹਨਾਂ ਨੇ ਉਹਦੀ ਆਪਣਾ ਮਤਾ ਪਾਸ ਕੀਤਾ ਕਿ ਅਸੀਂ ਬੰਦੀ ਸਿੱਖ ਵਾਸਤੇ ਕਰਨਾ, ਅਤੇ ਮੈਂ ਸਮਝੂ ਉਹ ਕਹਿੰਦਾ ਤੁਸੀਂ ਮਾਰਤੀ, ਮੈਂ ਵੀ ਮਾਰਤੀ। ਕਹਿੰਦਾ ਖਾਲਸਾ ਦਾ ਮਤਾ ਪਾਸ ਹੋਇਆ। ਸੰਗਠਨ ਕੀ ਹੈ ਜੀ ਇਹਨਾਂ ਦਾ? ਡੂ ਦੇ ਹੈਵ ਐਨੀ ਮੈਂਬਰ ਐਜ਼ ਸੰਗਠਨ? ਕੁਛ ਨਹੀਂ ਹੈ। ਉਹ ਬਸ ਇੱਕ ਹਵਾ ਦਾ ਬੁੱਲਾ ਆਇਆ, ਹਨੇਰੀ ਆਈ, ਉਹ ਝੁੱਲ ਗਈ, ਉਹ ਇਹਨਾਂ ਦੇ ਕਾਬੂ ਆ ਗਈ। ਹੁਣ ਇਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਵੀ ਅਸੀਂ ਕਿਵੇਂ ਲੁੱਟਣਾ ਹੈ, ਕਿਵੇਂ ਕਰਨਾ ਹੈ। ਜੋ ਕਹਿੰਦੇ ਸੀ ਵੀ ਸਾਡੀਆਂ ਤਾਂ ਅਸੀਂ ਤਾਂ ਆਮ ਆਦਮੀ ਹੈ, ਇਹ ਆਮ ਆਦਮੀ ਦੀ ਗੱਲ ਵੀ ਸੁਣ ਲਓ ਤੁਸੀਂ ਕਿ ਜੇ ਭਗਵੰਤ ਮਾਨ ਜਾਂਦਾ ਉੱਥੇ ਗੁਜਰਾਤ ਅਤੇ 45 ਲੱਖ ਰੁਪਈਆ, ਅਤੇ ਜੇ ਉਹ ਇਹ ਟਿਕਟ ਲੈ ਕੇ ਜਾਂਦਾ ਹੈ, ਉਹ ਸਿਆਣਾ, ਉਹ ਬਾਣੀ ਹੈ, ਸਾਡਾ ਬੰਦਾ ਜੱਟ ਹੈ, ਸਾਡੇ ਵਰਗਾ ਮੂਲ ਮੱਤ ਵਾਲਾ, ਉਹ ਆਪਦਾ ਹੈਲੀਕਾਪਟਰ ਲੈ ਕੇ ਜਾਂਦਾ। ਹਿਮਾਚਲ 'ਚ ਜਾਂਦੇ ਨੇ, ਹਿਮਾਚਲ ਦੇ ਲੋਕਾਂ ਨੂੰ ਤਾਂ ਇਹਨਾਂ ਨੂੰ ਦੱਸਦਾ, ਅਤੇ ਉੱਥੇ ਤਾਂ ਖੈਰ ਇਹਨਾਂ ਦੇ ਵੈਸੇ ਨਹੀਂ ਪੈਰ ਲੱਗਣੇ ਵੀ ਭਾਈ ਇੱਥੇ ਹੈ ਨਹੀਂ ਕੁਛ ਤੁਹਾਡੇ ਵਾਸਤੇ। ਮਤਲਬ ਜੇ ਪੰਜਾਬ ਮਾਡਲ ਸਕਸੀਡ ਹੋਏਗਾ ਤਾਂ ਹੀ ਕੋਈ ਗੱਲ ਬਣੇਗੀ ਨਾ। ਅਤੇ ਜੋ ਪੰਜਾਬ ਮਾਡਲ ਤਾਂ ਤੁਸੀਂ ਛੱਡੋ, ਜੋ ਪੰਜਾਬ ਦਾ ਸੱਤਿਆਨਾਸ਼ ਇਹਨਾਂ ਨੇ ਕਰਤਾ ਇਕੋਨਮੀ ਦਾ। ਤੁਸੀਂ ਇਹ ਦੇਖੋ, ਇਹਨਾਂ ਨੇ ਵਿਜੇ ਯਾਤਰਾ ਕੱਢੀ, ਸਰਕਾਰ ਨੇ 100 ਅਜੇ ਚੁੱਕੀ ਨਹੀਂ, ਬਿੱਲ ਅਜੇ ਵੀ ਪਏ ਆ, ਉਹ ਪਾਰਟੀ ਫੰਡ 'ਚੋਂ ਨਹੀਂ ਦਿੱਤੇ। ਅੰਮ੍ਰਿਤਸਰ ਕੱਢੀ ਸੀ ਜਿਹੜੀ, ਅਤੇ ਉਹ ਉੱਥੇ ਗੋਲਡ ਪਲੇਟਡ ਸਵੋਰਡਸ ਕੀ 5 ਸਟਾਰ ਹੋਟਲ ਸਟੇ ਕੀ ਨਹੀਂ। ਔਰ ਫਿਰ ਕਹਿੰਦੇ ਅਸੀਂ ਆਮ ਆਦਮੀ, ਫਿਰ ਖਟਖੜ ਕਰਨਾ ਵੀ ਭਾਈ ਇੰਨੇ। ਫਿਰ ਸਰ ਸਮਾਂ ਆਪਾਂ ਇੱਥੇ ਕਰ ਸਕਦੇ ਹਾਂ ਇਹਨੂੰ ਕਿ ਜਿਹੜੀਆਂ ਚੀਜ਼ਾਂ ਹੋਈਆਂ ਨੇ, ਜਿਸ ਤਰੀਕੇ ਨਾਲ ਹੋਈਆਂ ਨੇ, ਜਾਂ ਇਸ ਵਕਤ ਆਪਰੇਸ਼ਨ ਲੋਟਸ ਦੀ ਗੱਲ ਕੀਤੀ ਜਾ ਰਹੀ, ਉਹ ਕਿਤੇ ਨਾ ਕਿਤੇ ਜਿਹੜੇ ਇਸ਼ਤਿਹਾਰ ਪਹਿਲਾਂ ਕੱਢੇ ਹੋਏ ਨੇ ਉਹਨਾਂ ਦੇ ਪਿੱਛੇ ਦੇ ਜਿਹੜੇ ਸੱਚ ਨੇ ਉਹਨਾਂ ਨੂੰ ਲੁਕਾਉਣ ਦਾ ਜਿਹੜਾ ਕੰਮ ਹੈ ਉਹ ਸਾਰਾ ਕੀਤਾ ਜਾ ਰਿਹਾ ਹੈਗਾ। ਅਤੇ ਨਾਲ ਦੇ ਨਾਲ ਜਿਹੜੀਆਂ ਅੱਗੇ ਦੇ ਕੰਮ ਜਿਸ ਤਰੀਕੇ ਨਾਲ ਬਾਹਰਲੇ ਮੁਲਕਾਂ ਦੇ ਵਿੱਚ ਜਿੱਥੇ ਜਾ ਰਹੇ ਨੇ ਉੱਥੇ ਸਾਰਾ ਜਿਹੜਾ ਖਰਚ ਹੋ ਰਿਹਾ ਨੇ ਉਹ ਤੋਂ ਲੋਕਾਂ ਦਾ ਧਿਆਨ ਹਟਾਉਣ ਨੂੰ ਕੀਤੇ ਜਾ ਰਹੇ ਨੇ। ਇਹ ਭਾਜਪਾ ਦੇ ਜਿਹੜੇ ਸਪੋਕਸਪਰਸਨ ਨੇ SS ਚੰਨੀ ਸਾਹਿਬ, ਉਹਨਾਂ ਦਾ ਕਹਿਣਾ ਹੈਗਾ ਆ ਕਿ ਇਸ ਤਰੀਕੇ ਨਾਲ ਇਸ ਵਕਤ ਆਮ ਆਦਮੀ ਪਾਰਟੀ ਜਿਹੜੀ ਹੈ ਕੰਮ ਕਰ ਰਹੀ ਹੈ। ਨਾਲ ਦੇ ਨਾਲ ਆਪਰੇਸ਼ਨ ਲੋਟਸ ਨੂੰ ਜਿਹੜਾ ਹੈ ਇੱਕ ਜ਼ਰੂਰ ਲਿੰਕ ਕੀਤਾ ਕਿ ਉਹ ਸਿਰਫ ਜਿਹੜਾ ਆਪਰੇਸ਼ਨ ਹੈ ਉਹ ਆਪਰੇਸ਼ਨ ਭਗਵੰਤ ਮਾਨ ਸਾਹਿਬ ਨੂੰ CM ਦੀ ਕੁਰਸੀ ਤੋਂ ਹਟਾਉਣ ਦਾ ਆਪਰੇਸ਼ਨ ਹੈ। ਵੀਡੀਓ ਜਰਨਲਿਸਟ ਜਸਪ੍ਰੀਤ ਮਾਂਗੜ ਦੇ ਨਾਲ ਅਨੂਜਾ ਸ਼ਰਮਾ, ਗਲੋਬਲ ਪੰਜਾਬ TV, ਚੰਡੀਗੜ੍ਹ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ TV ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।